ਪਿਆਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ। ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਖਾਸ ਸ਼ਖਸੀਅਤ ਦੇ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਸਮਾਜ ਸੇਵਾ ਦੇ ਨਾਲ ਆਪਣਾ ਵਿਲੱਖਣ ਨਾਂ ਜਿਹੜਾ ਕੀਤਾ ਹੈ ਔਰ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਮੇਰੀ ਮੁਰਾਦ ਹੈ ਡਾਕਟਰ SP ਸਿੰਘ ਓਬਰਾਏ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਸਮਾਜ ਭਲਾਈ ਕੰਮਾਂ ਦੇ ਨਾਲ ਆਪਣਾ ਨਾਮ ਬਣਾਇਆ ਔਰ ਸਰਬੱਤ ਦਾ ਭਲਾ ਟਰਸਟ ਜਿਹੜਾ ਹੈ ਉਹ ਅੱਜ ਪੂਰੀ ਦੁਨੀਆ ਵਿੱਚ ਇੱਕ ਜਿਹੜੀ ਹੈ ਪਹਿਚਾਣ ਰੱਖਦਾ। ਸੋ ਕੀ ਕੰਮ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਸ਼ੁਰੂਆਤ ਹੋਈ ਔਰ ਕਿਸ ਤਰੀਕੇ ਦੇ ਨਾਲ ਅੱਜ ਸਾਰਾ ਜਿਹੜਾ ਦਰਮਦਾਰ ਜਿਹੜਾ ਹੈ ਸਮਾਜ ਸੇਵਾ ਦਾ ਚੱਲ ਰਿਹਾ, ਸੋ ਉਹਦੇ ਵਾਸਤੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਸੋ ਇਹ ਸਭ ਤੋਂ ਪਹਿਲਾਂ ਉਹਨਾਂ ਦਾ ਸਰ ਬਹੁਤ-ਬਹੁਤ ਸਵਾਗਤ ਹੈ। ਸਰ ਸਭ ਤੋਂ ਪਹਿਲਾਂ ਤਾਂ ਤੁਸੀਂ 1975 ਦੇ ਵਿੱਚ ਜਿਸ ਤਰ੍ਹਾਂ ਇੰਜਨ ਮਕੈਨਿਕ ਸੀਗੇ ਔਰ ਉਸ ਤੋਂ ਬਾਅਦ ਤੁਸੀਂ ਪੰਡੋਰ ਡੈਮ ਦੇ ਉੱਤੇ ਹਿਮਾਚਲ ਪ੍ਰਦੇਸ਼ 'ਚ ਕੰਮ ਕੀਤਾ। ਸੋ ਕਿਸ ਤਰੀਕੇ ਦੀ ਸ਼ੁਰੂਆਤ ਤੁਸੀਂ ਉਹਦੇ ਬਾਰੇ ਸਾਨੂੰ ਆਪਣਾ ਪਿਛੋਕੜ ਜਿਹੜਾ ਸਾਡੇ ਦਰਸ਼ਕਾਂ ਨੂੰ। ਦੇਖੋ, ਇਸ ਤਰ੍ਹਾਂ ਕਿ ਮੇਰਾ ਬਚਪਨ ਤੋਂ ਨਾ ਪੜ੍ਹਨ ਵਿੱਚ ਬਿਲਕੁਲ ਧਿਆਨ ਨਹੀਂ ਸੀਗਾ ਜੀ, ਅਤੇ ਪੜ੍ਹਾਈ ਤੋਂ ਬਹੁਤ ਭੱਜਦਾ ਸੀ ਮੈਂ। ਸੋ ਇਹੀ ਕਾਰਨ ਸੀ ਕਿ ਮੈਂ 1974 ਵਿੱਚ ਨਾ 73-74 ਦੇ ਵਿੱਚ ਮੈਂ ITI ਕੀਤੀ। ITI ਕਰਨ ਤੋਂ ਬਾਅਦ ਫਿਰ ਮੈਂ ਉੱਥੇ ਸਾਡੇ ਵਰਕਸ਼ਾਪ ਸੀ ਤਲਵਾੜਾ ਟਾਊਨਸ਼ਿਪ 'ਚ ਟੈਰਸ, ਉੱਥੇ 1.5 ਸਾਲ ਦਾ ਕੋਰਸ ਕੀਤਾ। ਲੇਕਿਨ ਫਾਦਰ ਸਾਹਿਬ ਦੀ ਜਿੱਦ ਸੀ ਕਿ ਪੜ੍ਹਨਾ ਜ਼ਰੂਰ ਹੈ, ਅਤੇ ਫਿਰ ਮੈਂ 3 ਸਾਲ ਦੇ ਗੈਪ ਤੋਂ ਬਾਅਦ 10ਵੀਂ ਤੋਂ ਬਾਅਦ ਫਿਰ ਪ੍ਰੈਪ ਵਿੱਚ ਐਡਮਿਸ਼ਨ ਲਈ ਰੋਪੜ ਗੌਰਮੈਂਟ ਕਾਲਜ। ਪ੍ਰੈਪ ਕਰਨ ਤੋਂ ਬਾਅਦ ਫਿਰ ਮੈਂ ਘਰ ਨਹੀਂ ਗਿਆ। ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਗੱਲ ਕੀਤੀ ਕਿ 75 ਦੇ ਵਿੱਚ ਪੰਡੋਰ ਡੈਮ ਡਿਸਟ੍ਰਿਕਟ ਮੰਡੀ ਹਿਮਾਚਲ ਪ੍ਰਦੇਸ਼ 'ਚ ਮੈਂ ਜਾ ਕੇ ਉੱਥੇ ਐਜ਼ ਏ ਡੀਜ਼ਲ ਮਕੈਨਿਕ ਅਤੇ 392 ਰੁਪਏ ਦੀ ਜਿਹੜੀ ਮੇਰੀ ਪਹਿਲੀ ਨੌਕਰੀ ਸੀ, ਉੱਥੋਂ ਮੈਂ ਸ਼ੁਰੂਆਤ ਕੀਤਾ। ਸੋ ਉੱਥੋਂ ਮੇਰੀ ਸ਼ੁਰੂਆਤ ਹੋਈ। ਪੰਡੋਰ ਤੋਂ ਬਾਅਦ ਫਿਰ ਡੈਮ ਕੰਪਲੀਟ ਹੋ ਗਿਆ, ਫਿਰ ਅਸੀਂ ਚੱਲ ਗਏ ਸਲਾਲ ਡੈਮ ਜੀ, ਅਤੇ ਸਲਾਲ ਡੈਮ ਫਿਰ ਮੈਂ ਸਾਲ ਲਾਇਆ। ਸਾਲ ਲਾਉਣ ਤੋਂ ਬਾਅਦ ਫਿਰ ਮੇਰੀ ਇੰਟਰਵਿਊ ਆ ਗਈ ਦੁਬਈ ਵਾਸਤੇ ਜੀ, ਅਤੇ ਫਿਰ ਉੱਥੋਂ ਮੈਂ ਦੁਬਈ ਗਿਆ। ਫਿਰ ਦੁਬਈ 4.5 ਸਾਲ ਦੁਬਈ ਵੀ ਐਜ਼ ਏ ਡੀਜ਼ਲ ਮਕੈਨਿਕ ਹੀ ਜੋਬ ਕੀਤੀ। ਸੋ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਐਜ਼ ਏ ਡੀਜ਼ਲ ਮਕੈਨਿਕ ਦਾ ਕੰਮ ਕੀਤਾ, ਲੇਕਿਨ ਉਸ ਤੋਂ ਬਾਅਦ ਇੱਕ ਪ੍ਰੀਤਮ ਸਿੰਘ ਐਂਡ ਸੰਸ ਕੰਪਨੀ ਦੀ ਤੁਸੀਂ ਸਥਾਪਨਾ ਕੀਤੀ ਔਰ ਉਸ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਤੁਸੀਂ ਕੀਤੇ। ਸੋ ਉਹ ਕਿਸ ਤਰੀਕੇ ਨਾਲ ਸ਼ੁਰੂਆਤ ਸੀ ਔਰ ਉਹਦੇ ਬਾਰੇ। ਦੇਖੋ, 81 ਐਂਡ ਦੇ ਵਿੱਚ ਮੈਂ ਜਿਹੜੇ ਦੁਬਈ 4.5 ਸਾਲ ਜੋਬ ਕਰਨ ਤੋਂ ਬਾਅਦ ਵਾਪਸ ਆ ਗਿਆ ਜੀ, ਅਤੇ ਉਦੋਂ ਮਨ 'ਚ ਇਹ ਸੀ ਵੀ ਹੁਣ ਕੁਛ ਨਾ ਕੁਛ ਅਸੀਂ ਆਪਣਾ ਕਰੀਏ। ਫਿਰ ਅਸੀਂ ਪ੍ਰੀਤਮ ਸਿੰਘ ਐਂਡ ਸੰਸ ਜਿਹੜੀ ਕੰਪਨੀ ਬਣਾਈ। ਜੀ, ਫਾਦਰ ਸਾਹਿਬ, ਬ੍ਰਦਰ ਛੋਟਾ ਮੇਰਾ ਅਤੇ ਮੈਂ, ਅਸੀਂ ਸ਼ੁਰੂ ਕੀਤਾ ਨਹਿਰਾਂ ਤੋਂ ਕੰਮ। ਨਹਿਰ ਹੋ ਗਏ, ਬ੍ਰਿਜਿਸ ਹੋ ਗਏ ਸਾਡੇ, ਕੰਡੀ ਕਨਾਲ ਸੀ ਸਾਡੇ ਉੱਥੇ, ਮੁਕੇਰੀਆਂ ਹਾਈਡਲ, ਉਸ ਸਾਈਡ 'ਤੇ ਮੈਂ ਤਲਵਾੜੇ 'ਚ ਰਿਹਾ। ਅਤੇ ਫਿਰ ਅਸੀਂ ਨੈਸ਼ਨਲ ਹਾਈਵੇ 'ਚ ਆ ਗਏ, ਰੋਡਸ 'ਚ ਆ ਗਏ, ਸੀਵਰੇਜ ਆ ਗਿਆ ਸਾਡਾ, ਅਤੇ ਨਾਲ ਰੇਲਵੇ ਲਾਈਨਸ ਆ ਗਈਆਂ। ਸੋ ਇਹ ਕਾਫੀ ਅਸੀਂ ਕੰਮ ਕਰਕੇ ਅਤੇ 1993 ਦੇ ਵਿੱਚ ਜੀ, ਫਿਰ ਮੈਂ ਸੋਚਿਆ ਕਿ ਹੁਣ ਇੱਥੇ ਕਾਫੀ ਕੁਝ ਕਰ ਲਿਆ ਅਤੇ ਇਸ ਤੋਂ ਹੋਰ ਉੱਤੇ ਉੱਠੀਏ, ਕੁਝ ਹੋਰ ਨਵਾਂ ਕਰੀਏ। ਜੀ। ਫਿਰ 93 ਦੇ ਵਿੱਚ ਮੈਂ ਦੁਬਈ ਚਲਾ ਗਿਆ। ਫਿਰ ਸਰ ਦੁਬਈ ਦੇ ਵਿੱਚ ਤੁਸੀਂ ਇੱਕ ਸਫਲਤਾ ਦਾ ਨਵਾਂ ਮੁਕਾਮ ਹਾਸਲ ਕੀਤਾ। ਸੋ ਉੱਥੇ ਕਿਹੜੇ ਬ੍ਰਾਂਡ ਕੀ ਉੱਥੇ ਤੁਸੀਂ ਬਿਜ਼ਨਸ ਦੇ ਵਿੱਚ ਜਿਹੜੀਆਂ ਉਹ ਕਿਸ ਤਰੀਕੇ ਨਾਲ ਸਾਰਾ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਅਗਰ। ਦੇਖੋ, ਸਾਡੇ ਨਾਲ ਬਿਜ਼ਨਸ ਕਿਸੇ ਨੇ ਕੀਤਾ ਨਹੀਂ ਸੀਗਾ ਜੀ, ਕੰਸਟਰਕਸ਼ਨ ਜ਼ਰੂਰ ਇੱਥੇ ਕੰਮ ਕੀਤਾ ਅਸੀਂ। ਦੁਬਈ 'ਚ ਜਾ ਕੇ ਮੇਰੇ ਲਈ ਬਿਲਕੁਲ ਨਵਾਂ ਸੀ ਕਿ ਮੈਂ ਕੀ ਕਰਨਾ ਹੈ। 6 ਮਹੀਨੇ ਲੱਗ ਗਏ ਮੈਨੂੰ ਸਿਰਫ ਇਹ ਡਿਸਾਈਡ ਕਰਨ 'ਚ ਕਿ ਮੈਂ ਕਿਹੜੀ ਲਾਈਨ 'ਚ ਜਾਣਾ ਹੈ। ਜੀ, ਕਿਉਂਕਿ ਮੇਰੀ ਆਪਣੀ ਜਿਹੜੀ ਸੀ ਉਹ ਟੈਕਨੀਕਲ ਲਾਈਨ ਸੀ, ਮਕੈਨੀਕਲ ਲਾਈਨ ਸੀ, ਇਹਨੂੰ ਮੈਂ ਛੱਡਣਾ ਨਹੀਂ ਚਾਹੁੰਦਾ, ਇਸ ਤੋਂ ਬਾਹਰ ਮੈਂ ਜਾਣਾ ਨਹੀਂ ਚਾਹੁੰਦਾ ਸੀ। ਜੀ, ਅਤੇ ਫਿਰ ਮੈਂ ਪਹਿਲੀ ਕੰਪਨੀ ਜਿਹੜੀ ਹੈ 93 ਦੇ ਵਿੱਚ ਬਣਾਈ, ਅਪੈਕਸ ਜਨਰਲ ਟ੍ਰੇਡਿੰਗ LLC, ਜੀ, ਜਿਹਦੇ ਵਿੱਚ ਸਾਡੇ ਹਾਈਡ੍ਰੋਲਿਕ ਜੈਕਸ ਹੋ ਗਏ, ਪੰਪਸ ਹੋ ਗਏ ਜਾਂ ਹੈਵੀ ਸਪੇਅਰ ਪਾਰਟਸ ਹੋ ਗਏ, ਇਹ ਸਾਰਾ ਕੰਮ ਜਿਹੜਾ ਟ੍ਰੇਡਿੰਗ ਦਾ ਸ਼ੁਰੂ ਕੀਤਾ। ਔਰ 1 ਸਾਲ ਦੇ ਵਿੱਚ ਮੈਂ ਉੱਥੇ ਐਸਟੈਬਲਿਸ਼ ਹੋ ਗਿਆ ਸੀ, ਕਿਉਂਕਿ ਮੇਰੀ ਜਾਣ ਪਛਾਣ ਪਹਿਲਾਂ ਵੀ ਸੀ ਕਿ ਕਾਫੀ, ਅਤੇ ਕਾਫੀ ਹੈਲਪ ਮਿਲੀ ਆਪਣੇ ਪੰਜਾਬੀਆਂ ਤੋਂ ਉੱਥੋਂ। ਅਤੇ 2 ਸਾਲ ਬਾਅਦ ਦੂਸਰੀ ਕੰਪਨੀ ਮੈਂ ਅਪੈਕਸ ਇੰਟਰਨੈਸ਼ਨਲ ਕੰਸਟਰਕਸ਼ਨ ਬਣਾਤੀ। ਫਿਰ ਤੀਸਰੀ, ਫਿਰ ਚੌਥੀ ਕੰਪਨੀ ਕਰਦਾ ਫਿਰ 97 ਦੇ ਵਿੱਚ ਫਿਰ ਮੈਂ 4 ਸਟਾਰ ਹੋਟਲ ਦੁਬਈ ਗ੍ਰੈਂਡ ਹੋਟਲ, ਸੋ ਉਹ ਬਣਾ ਲਿਆ 150 ਰੂਮ ਦਾ। 2004 ਦੇ ਵਿੱਚ ਫਿਰ ਪ੍ਰੋਪਰਟੀ 'ਚ ਆ ਗਿਆ। ਪ੍ਰੋਪਰਟੀ ਮੀਨਸ ਲੇਬਰ ਕੈਂਪਸ, ਪਲਾਟ ਲੈ ਕੇ ਉੱਥੇ ਸਟਾਫ ਅਕੋਮੋਡੇਸ਼ਨ ਜਿਹਨੂੰ ਕਹਿੰਦੇ ਆਪਾਂ, ਉਹ ਫਿਰ ਬਣਾ ਕੇ ਵੱਡੀਆਂ ਕੰਪਨੀਆਂ ਨੂੰ ਰੈਂਟ 'ਤੇ ਦੇਣੇ ਸ਼ੁਰੂ ਕੀਤੇ। ਵੈਸੇ ਸਾਰੀਆਂ ਕੰਪਨੀਆਂ ਮੇਰੀਆਂ 6-7 ਕੰਪਨੀਆਂ ਜਿਹੜੀਆਂ ਇਹ ਸਾਰੀਆਂ ਸਟੈਬਲਿਸ਼ ਕਰਕੇ ਮੈਂ ਪੂਰਾ ਸੈਟਿਸਫਾਈ ਹੋ ਗਿਆ ਸੀ ਕਿ ਜੋ ਮੈਂ ਚਾਹੁੰਦਾ ਸੀ ਬਚਪਨ ਵਿੱਚ ਵੀ ਬਿਜ਼ਨਸ 'ਚ ਜਾਣਾ, ਮੈਂ ਜੋਬ ਨਹੀਂ ਕਰਨੀ। ਫਿਰ ਲੇਕਿਨ ਪੌੜੀ ਚੜ੍ਹਨੀ ਪੈਣੀ ਸੀ, ਇੱਕ ਪੌੜੀ ਚੜ੍ਹ ਕੇ ਹੀ
392 ਰੁਪਏ ਤੋਂ ਸ਼ੁਰੂ ਕਰਕੇ ਫਿਰ ਇੱਕ ਦਿਨ ਐਸਾ ਆਇਆ ਕਿ ਮੇਰੇ ਕੋਲ 1000 ਤੋਂ ਉੱਤੇ ਬੰਦਾ ਮੇਰੇ ਕੋਲ ਕੰਮ ਕਰਦਾ ਸੀ ਔਰ ਜਿਹੜੀ ਵੱਧ ਤੋਂ ਵੱਧ ਜਿਹੜੀ ਸੈਲਰੀ ਬੰਦੇ ਨੂੰ ਮੈਂ ਦੇ ਰਿਹਾ ਸੀ ਉਹ 6 ਲੱਖ ਰੁਪਏ ਮਹੀਨਾ ਦੇ ਰਿਹਾ ਸੀ। ਤੇ ਉਦੋਂ ਫਿਰ ਯਾਦ ਆਉਂਦਾ ਕਿ ਮੈਂ 392 ਰੁਪਏ ਮਹੀਨਾ ਕਮਾਉਂਦਾ ਸੀ ਔਰ ਅੱਜ ਇੱਥੇ ਪਹੁੰਚਾਤਾ ਵਾਹਿਗੁਰੂ ਨੇ ਕਿ 6-6 ਲੱਖ ਰੁਪਏ ਮੈਂ ਸੈਲਰੀ ਲੋਕਾਂ ਨੂੰ ਦੇ ਰਿਹਾ। ਬਹੁਤ ਸਾਰੇ ਲੋਕਾਂ ਦੇ ਕੋਲ ਆਮ ਤੌਰ ਤੇ ਅਸੀਂ ਦੇਖਦੇ ਹਾਂ ਪੈਸਾ ਹੁੰਦਾ, ਲੇਕਿਨ ਸਮਾਜ ਭਲਾਈ ਦੇ ਕੰਮਾਂ ਵਿੱਚ ਸ਼ਾਇਦ ਲੋਕੀ ਟਰਨ ਨਹੀਂ ਹੁੰਦੇ, ਲੇਕਿਨ ਤੁਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬਣਾਇਆ ਔਰ ਉਸ ਤੋਂ ਬਾਅਦ ਸਮਾਜ ਭਲਾਈ ਦੇ ਵਿੱਚ ਆਪਣੇ ਆਪ ਨੂੰ ਡੈਡੀਕੇਟ ਕਰਤਾ। ਸੋ ਇੱਧਰ ਨੂੰ ਟਰਨ ਤੁਹਾਡਾ ਕਿਸ ਤਰੀਕੇ ਨਾਲ ਹੋਇਆ ਔਰ ਕਿਸ ਤਰੀਕੇ ਨਾਲ ਤੁਹਾਡੀ ਸੋਚ ਜਿਹੜੀ ਹੈ ਸਰਬੱਤ ਦਾ ਭਲਾ ਨੂੰ ਲੈ ਕੇ ਆਈ? ਦੇਖੋ ਇੱਦਾਂ ਹੈ ਕਿ ਹਰ ਇਨਸਾਨ ਦੀ ਲਾਈਫ 'ਚ ਨਾ ਜੀ ਇੱਕ ਟਾਈਮ ਆਉਂਦਾ ਹੈ ਜਦੋਂ ਬੰਦਾ ਸੋਚਦਾ ਕਿ ਯਾਰ ਹੁਣ ਬਹੁਤ ਕਮਾ ਲਿਆ, ਬਹੁਤ ਕੰਮ ਕਰ ਲਿਆ, ਹੁਣ ਇਹ ਮੌਕਾ ਇਸ ਲਈ ਟਾਈਮ ਹੈ ਕਿ ਅਸੀਂ ਸਮਾਜ ਨੂੰ ਵਾਪਸ ਕਰੀਏ। ਜੀ ਸੋ ਇਹੀ ਚੀਜ਼ ਜਿਹੜੀ ਸੀ ਇਹ ਪਾਣਾ ਮੇਰੇ 'ਤੇ ਵਰਤਿਆ। ਮੈਂ ਵੀ ਆਪਣੇ ਆਫਿਸ ਬੈਠਾ ਸੀ ਜਿਹੜੇ ਸਭ ਤੋਂ ਪਹਿਲਾਂ ਮੈਂ ਪੇਪਰ ਪੜ੍ਹਿਆ ਤੇ 30 ਮਾਰਚ 2010 ਦੀ ਗੱਲ ਹੈ ਜਦੋਂ ਮੇਨ ਖਬਰ ਸੀ ਸਾਰੇ ਵਰਲਡ ਵਿੱਚ ਕਿ 17 ਭਾਰਤੀਆਂ ਨੂੰ ਇੱਕ ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੇ ਕਤਲ ਦੇ ਕੇਸ ਵਿੱਚ ਫਾਂਸੀ ਸਜ਼ਾ ਸੁਣਾ ਦਿੱਤੀ ਗਈ। ਜੀ ਸੋ ਇਹ ਖਬਰ ਪੜ੍ਹ ਕੇ ਮੈਂ ਫਿਰ ਪਰਮਿਸ਼ਨ ਲੈ ਕੇ ਉਹਨਾਂ ਨੂੰ ਮਿਲਣ ਗਿਆ। ਮਿਲਣ ਤੋਂ ਬਾਅਦ ਫਿਰ ਮੈਂ ਮਨ ਬਣਾਇਆ ਆਪਣਾ ਕਿ ਕੇਸ ਲੜਾਂਗਾ। ਫਿਰ ਮੈਂ ਵਾਪਸ ਪੰਜਾਬ ਆਇਆ, ਉਹਨਾਂ ਸਾਰਿਆਂ ਦੇ ਘਰਾਂ 'ਚ ਗਿਆ। ਸੋ ਉਹ ਫਿਰ ਪੌਣੇ 3 ਸਾਲ ਕੇਸ ਲੜ ਕੇ ਤੇ ਉਹਨਾਂ ਨੂੰ ਫਿਰ ਅਸੀਂ ਫਰਵਰੀ 2013 ਦੇ ਵਿੱਚ 17 ਬੰਦਿਆਂ ਨੂੰ ਫਾਂਸੀ ਮਾਫ ਕਰਵਾ ਕੇ ਤੇ ਮੈਂ ਪੰਜਾਬ ਲੈ ਕੇ ਆਇਆ। ਦਰਬਾਰ ਸਾਹਿਬ ਉਹਨਾਂ ਦੀ ਫੈਮਿਲੀ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕੀਤਾ। ਇਹ ਸਿਲਸਿਲਾ ਫਿਰ ਉੱਥੇ ਬੰਦ ਨਹੀਂ ਹੋਇਆ ਕਿਉਂਕਿ ਜੇਲ੍ਹਾਂ ਦੇ ਵਿੱਚ ਮੇਰਾ ਨੰਬਰ ਚਲਾ ਗਿਆ। ਕੇਸਿਸ ਬਹੁਤ ਸਾਰੇ ਸੀਗੇ। ਫਿਰ ਮੈਂ 26-27 ਕੇਸ ਜਿਹੜੇ ਸੀ ਮੈਂ ਉਹ ਲਏ ਆਪਣੇ ਕੋਲ। ਸਾਰੇ ਗਰੁੱਪ ਫਾਈਟਿੰਗ ਦੇ ਕੇਸ ਸੀ, ਸਾਰੇ ਮਰਡਰ ਕੇਸ ਸੀਗੇ ਲੇਕਿਨ ਸੀਗੇ ਗਰੁੱਪ ਫਾਈਟਿੰਗ, ਕਿਸੇ ਨੇ ਇੰਟੈਂਸ਼ਨਲੀ ਕਿਸੇ ਨੂੰ ਮਾਰਿਆ ਨਹੀਂ ਸੀਗਾ। ਇਸ ਕਰਕੇ ਮੈਂ ਕੇਸ ਸਾਰੇ ਲਏ ਹੋ ਤੇ ਉਹਨਾਂ 'ਚ 129 ਦੇ ਕਰੀਬ ਬੰਦੇ ਸੀ ਜਿਨ੍ਹਾਂ ਦਾ ਮੈਂ ਕੇਸ ਕਰ ਰਿਹਾ ਸੀ। 109 ਬੱਚੇ ਜਿਹੜੇ ਉਹਨਾਂ 'ਚੋਂ ਜਿਨ੍ਹਾਂ ਨੂੰ ਫਾਂਸੀ ਸਜ਼ਾ ਸੀ ਜਾਂ ਉਮਰ ਕੈਦ ਦੀ ਸਜ਼ਾ ਸੀ ਉਹ ਸਾਰੇ ਮਾਫ ਹੋ ਚੁੱਕੇ ਹੈ ਔਰ ਸਾਰੇ ਆਪਣੇ ਆਪਣੇ ਘਰਾਂ ਜਾ ਚੁੱਕੇ ਨੇ। ਇਹਨਾਂ ਸਾਰਿਆਂ ਲਈ ਸਾਨੂੰ ਜਿਹੜੀ ਉਹ ਬਲੱਡ ਮਨੀ ਜਿਹਨੂੰ ਦੀਆ ਮਨੀ ਕਹਿੰਦੇ ਆ ਉਹ ਕਾਫੀ ਕਰੋੜਾਂ ਵਿੱਚ ਮੈਨੂੰ ਪੇ ਕਰਨੀ ਪਈ। ਸਭ ਤੋਂ ਵੱਧ ਜਿਹੜਾ ਮੈਨੂੰ ਪੇ ਕਰਨਾ ਪਿਆ ਸੀ ਉਹ ਸਿਰਫ 17 ਬੰਦਿਆਂ ਦੀ ਜਿਹੜੀ ਫਾਂਸੀ ਮਾਫ ਕਰਾਈ ਸੀ ਉਹ 'ਚ 1.4 ਮਿਲੀਅਨ US$। ਇਹ ਬਲੱਡ ਮਨੀ ਇਹ ਪੇ ਕਰਕੇ ਉਹਨਾਂ ਦੀ ਮੈਂ ਜਿਹੜੀ ਲਾਈਫ ਬਚਾ ਕੇ ਲਿਆ ਸੀ। ਉਹ ਟਾਈਮ ਸੀ ਜਿੱਥੋਂ ਕਿ ਇਹ ਮੋੜ ਪਿਆ ਔਰ ਸਹੀ ਮੋੜ ਉਦੋਂ ਪਿਆ ਜਦੋਂ ਕਿ ਮੈਂ ਪਿੰਡਾਂ ਵਿੱਚ ਗਿਆ ਸੀ। ਪਿੰਡਾਂ ਜਾ ਕੇ ਦੇਖਿਆ ਕਿ ਬਹੁਤ ਬੁਰੀ ਹਾਲਤ ਹੈ ਲੋਕਾਂ ਦੀ, ਅੱਖਾਂ ਦੇ ਇਲਾਜ ਨਹੀਂ ਕਰਾ ਪਾ ਰਹੇ, ਮਹਿੰਗੇ ਬੜੇ ਆ। ਕਿਡਨੀ ਦੇ ਪੇਸ਼ੈਂਟ ਨੇ ਜਿਹੜੇ ਕਿ ਡਾਇਲਿਸਿਸ ਨਹੀਂ ਕਰਾ ਪਾ ਰਹੇ, ਉਹਨਾਂ ਦੀ ਡੈਥ ਹੋ ਰਹੀ ਹੈ। ਉਸ ਤੋਂ ਬਾਅਦ ਲੈਬੋਰਟਰੀਜ਼ ਹੈਗੀਆਂ, ਟੈਸਟ ਨਹੀਂ ਲੋਕੀ ਕਰਾ ਰਹੇ, ਟੈਸਟ ਇੰਨੇ ਮਹਿੰਗੇ ਹੋ ਚੁੱਕੇ ਆ। ਇੱਕਦਮ ਪਤਾ ਲੱਗਦਾ ਕਿ ਬੰਦੇ ਨੂੰ ਹਾਰਟ ਅਟੈਕ ਹੋ ਗਿਆ, ਬੰਦੇ ਨੂੰ ਲੰਗਸ ਕੈਂਸਰ ਹੈਗੀ ਹੈ ਜੀ। ਤੇ ਇਹ ਇਸ ਕਰਕੇ ਨਾ ਜੀ ਵਿਚਾਰਨ ਦੀ ਲੋੜ ਸੀ। ਫਿਰ ਜਿਹੜੇ ਸਾਡੇ ਪੜ੍ਹੇ ਲਿਖੇ ਬੱਚੇ ਸੀ ਇਹ ਡਿਪਰੈਸ਼ਨ 'ਚ ਜਾ ਰਹੇ ਸੀ, ਨਸ਼ਿਆਂ 'ਚ ਜਾ ਰਹੇ ਸੀ। ਕਾਫੀ ਕੁਛ ਜਿਹੜਾ ਉਹ ਦੇਖਣ ਨੂੰ ਮਿਲਿਆ ਪਿੰਡਾਂ ਦੇ ਵਿੱਚ। ਸੋ ਉਸ ਚੀਜ਼ ਨੇ ਜਿਹੜਾ ਸੀ ਉਹ ਮੇਰੇ ਦਿਮਾਗ 'ਤੇ ਬੜਾ ਅਸਰ ਕੀਤਾ ਕਿ ਯਾਰ ਅਸੀਂ ਤਾਂ ਸਭ ਕੁਝ ਕਮਾ ਲਿਆ ਔਰ ਬੜਾ ਇੰਜੋਏ ਕਰ ਰਹੇ ਹਾਂ ਤੇ ਇੱਧਰ ਪਿੱਛੇ ਸਾਨੂੰ ਹੁਣ ਟਾਈਮ ਹੈ ਕਿ ਅਸੀਂ ਇੱਥੇ ਕੋਈ ਟਰਸਟ ਕਾਇਮ ਕਰੀਏ, ਕੁਝ ਇਸ ਤਰ੍ਹਾਂ ਦੀ ਇੱਥੇ ਲਹਿਰ ਚਲਾਈਏ ਕਿ ਅਸੀਂ ਇਹਨਾਂ ਜੋ ਲੋੜਵੰਦ ਹੈਗੇ ਆ, ਚਾਹੇ ਉਹ ਐਜੂਕੇਸ਼ਨ 'ਚ ਨੇ, ਚਾਹੇ ਹੈਲਥ ਵਿੱਚ ਹੈ, ਚਾਹੇ ਕਿਸੇ ਤਰੀਕੇ ਨਾਲ ਵੀ ਹੈ, ਵੀ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਤਾਂ ਸਾਨੂੰ ਫਿਰ ਟਰਸਟ ਬਣਾਉਣ ਦੀ ਜਿਹੜੀ ਲੋੜ ਪਈ ਔਰ ਇਹ ਅਸੀਂ 26 ਅਗਸਤ 2012 ਨੂੰ ਫਿਰ ਜਿਹੜਾ ਸੀ ਪਟਿਆਲੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਇਹ ਇੱਥੇ ਅਸੀਂ ਕੰਮ ਕੀਤਾ। ਅੱਜ ਦੀ ਗੱਲ ਅਗਰ ਗੌਰ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਮਹਾਮਾਰੀ ਦਾ ਦੌਰ ਚੱਲ ਰਿਹਾ, ਕੋਵਿਡ ਮਹਾਮਾਰੀ। ਸੋ ਕੋਵਿਡ ਨੇ ਪੂਰੀ ਦੁਨੀਆ ਨੂੰ ਆਰਥਿਕ ਤੌਰ ਦੇ ਉੱਤੇ ਔਰ ਮਾਨਸਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਤੁਸੀਂ ਇਸ ਬਿਮਾਰੀ ਨੂੰ ਓਵਰਆਲ ਤੁਹਾਡਾ ਕੀ ਨਜ਼ਰੀਆ, ਕੀ ਪਰਸੈਪਸ਼ਨ ਹੈ, ਕਿਸ ਤਰੀਕੇ ਨਾਲ ਦੇਖਦੇ ਹੋ ਓਵਰਆਲ? ਦੇਖੋ ਮੈਂ 12 ਮਾਰਚ ਨੂੰ ਆਇਆ ਸੀ ਉੱਥੋਂ ਦੁਬਈ ਤੋਂ ਜੀ। 18-19 ਤਰੀਕ ਨੂੰ ਮੈਂ ਵਾਪਸ ਜਾਣਾ ਸੀ ਲੇਕਿਨ ਜਦੋਂ ਇਹ ਕਰੋਨਾ ਦਾ ਕਹਿਰ ਦੇਖਿਆ ਕਿ ਇਹ ਤਾਂ ਫੈਲਦਾ ਜਾ ਰਿਹਾ ਔਰ ਮੈਨੂੰ ਉਦੋਂ ਮਹਿਸੂਸ ਹੋ ਗਿਆ ਸੀ ਕਿ ਮੇਰੀ ਲੋੜ ਦੁਬਈ 'ਚ ਨਹੀਂ ਹੈ, ਅੱਜ ਮੈਨੂੰ ਇੱਥੇ ਲੋੜ ਹੈ ਮੇਰੀ, ਕਿਉਂਕਿ ਟਰਸਟ ਸਾਡੇ ਦਾ ਹੁਣ ਮੌਕਾ ਹੈ ਵੀ ਹੁਣ ਅਸੀਂ ਸੰਭਾਲੀਏ। ਦੂਸਰਾ ਇਹ ਵੀ ਮੈਨੂੰ ਨਜ਼ਰ ਆ ਰਿਹਾ ਸੀ ਕਿ ਇਹ ਜਿਹੜੀ ਮਹਾਮਾਰੀ ਚੱਲੀ ਹੈ ਇਹ 15-20 ਦਿਨ ਜਾਂ ਮਹੀਨੇ 'ਚ ਬੰਦ ਨਹੀਂ ਹੋਣੀ, ਇਹ ਲੰਮੀ ਚਲੇਗੀ। ਫਿਰ ਅਸੀਂ ਆਪਣੇ ਬਜਟ ਵੀ ਰੱਖੇ। ਸਭ ਤੋਂ ਪਹਿਲਾਂ ਤਾਂ ਆਰਡਰ ਦਿੱਤੇ ਅਸੀਂ ਮੈਡੀਕਲ ਇਕਵਿਪਮੈਂਟ ਦੇ। ਇਸ ਤੋਂ ਪਹਿਲਾਂ ਵੀ ਪਿਛਲੇ 7-8 ਸਾਲ ਤੋਂ ਜਿਹੜਾ ਮੈਂ ਕੰਮ ਕਰ ਰਿਹਾ ਸਿਵਲ ਹਸਪੀਟਲਾਂ 'ਚ, ਹੁਣ ਤੱਕ 23 ਸਿਵਲ ਹਸਪੀਟਲ ਨੇ, 40-41 ਸਾਡੇ ਪ੍ਰਾਈਵੇਟ ਹਸਪੀਟਲ ਹੈ ਜਿੱਥੇ ਕਿ ਮੈਂ ਡਾਇਲਿਸਿਸ ਯੂਨਿਟ ਲਾਏ ਹੋਏ ਨੇ। ਜਿੰਨੇ ਸਿਵਲ ਹਸਪੀਟਲ ਨੇ ਉਹਨਾਂ ਵਿੱਚ ਅਸੀਂ ਦੇਖੋ ਸੈਮੀ ਆਟੋ ਐਨਾਲਾਈਜ਼ਰ ਹੋ ਗਏ, ਆਟੋ ਐਨਾਲਾਈਜ਼ਰ ਹੋ ਗਏ, ਸੈੱਲ ਕਾਊਂਟਰ ਹੋ ਗਏ, ECG ਮਸ਼ੀਨਾਂ ਹੋ ਗਈਆਂ, ਡਿਜੀਟਲ ਐਕਸਰੇਜ਼ ਹੋ ਗਏ। ਸੋ ਇਹ ਮਸ਼ੀਨਾਂ ਅਸੀਂ ਜਿਹੜੀਆਂ ਸਾਰੀਆਂ ਇਹ ਆਲਰੇਡੀ ਦਿੱਤੀਆਂ ਹੋਈਆਂ ਨੇ ਪਹਿਲਾਂ। ਹੁਣ ਲੋੜ ਸੀ ਵੈਂਟੀਲੇਟਰ ਦੀ, ਫਿਰ ਅਸੀਂ 20 ਵੈਂਟੀਲੇਟਰ ਦਾ ਆਰਡਰ ਦਿੱਤਾ। ਵੈਂਟੀਲੇਟਰ ਟਾਈਮ 'ਤੇ ਮੇਰੇ ਕੋਲ ਪਹੁੰਚ ਗਏ। ਜਿਸ ਤਰ੍ਹਾਂ ਸਟਾਰਟ ਹੋਇਆ ਨਵਾਂ ਸ਼ਹਿਰ ਤੋਂ ਸਟਾਰਟ ਹੋਇਆ ਸੀ, ਅਸੀਂ 2 ਯੂਨਿਟ ਜਿਹੜੇ ਉਹ ਨਵਾਂ ਸ਼ਹਿਰ, 2 ਹੁਸ਼ਿਆਰਪੁਰ ਦੇ ਦਿੱਤੇ,
ਜੀ ਉਸ ਤੋਂ ਬਾਅਦ ਟਾਂਡਾ ਹਸਪੀਟਲ ਹੈ, ਉੱਥੇ ਵੈਸੇ ਵੀ ਸਾਡੇ ਕਾਫੀ ਸਾਡੇ 5 ਯੂਨਿਟ ਸਾਡੇ ਡਾਇਲਸਿਸ ਦੇ ਚੱਲ ਰਹੇ ਨੇ ਉੱਥੇ। ਸੋ ਉੱਥੇ ਜਿਹੜੇ ਵੈਂਟੀਲੇਟਰ ਦਿੱਤੇ ਗਏ, ਫਿਰ ਗੁਰਦਾਸਪੁਰ ਦਿੱਤੇ ਗਏ, ਫਿਰ ਅੰਮ੍ਰਿਤਸਰ, ਫਿਰ ਤਰਨਤਾਰਨ ਹੋ ਗਿਆ, ਫਿਰ ਮੁਕਤਸਰ ਸਾਹਿਬ ਹੋ ਗਿਆ, ਇੱਧਰ ਹਰਿਆਣੇ ਵਿੱਚ ਇੱਥੇ ਅਸੀਂ ਇਹ ਜਿਹੜੇ ਵੈਂਟੀਲੇਟਰ ਦਿੱਤੇ। ਦੂਸਰਾ ਜਿਹੜੇ ਪ੍ਰੋਟੈਸਟ ਸ਼ੁਰੂ ਹੋ ਗਏ ਸੀ, ਸਭ ਤੋਂ ਪਹਿਲਾ ਪ੍ਰੋਟੈਸਟ ਜਿਹੜਾ ਉਹ ਅੰਮ੍ਰਿਤਸਰ 'ਚ ਹੋਇਆ, ਉਸ ਤੋਂ ਬਾਅਦ ਫਿਰ ਜਲੰਧਰ ਹੋਇਆ ਸਿਵਲ ਹਸਪੀਟਲ ਦੇ ਵਿੱਚ। ਉਹ ਡਾਕਟਰ ਬਿਲਕੁਲ ਆਪਣੀ ਜਗ੍ਹਾ ਸਹੀ ਸੀ ਵੀ ਅਸੀਂ ਇਹ ਮੌਤ ਨਾਲ ਲੜਨ ਜਾ ਰਹੇ ਹਾਂ ਤੇ ਸਾਡੇ ਆਪਣੀ ਕੋਈ ਪ੍ਰੋਟੈਕਸ਼ਨ ਨਹੀਂ ਹੈ, ਸਾਡੇ ਕੋਲ ਕੋਈ ਕਿਟ ਨਹੀਂ ਹੈ, ਪੀਪੀ ਕਿਟ ਨਹੀਂ ਸੀ ਉਹਨਾਂ ਕੋਲ। ਉਹ ਮੈਂ ਫਿਰ ਬਲਕ ਵਿੱਚ ਆਰਡਰ ਦਿੱਤਾ ਸੀਗਾ ਤੇ ਉਹਨਾਂ ਦਿਨਾਂ 'ਚ ਮੇਰੇ ਕੋਲ ਆ ਵੀ ਗਿਆ ਸਾਰਾ ਸਟਾਕ। ਹੁਣ ਮੇਰੇ ਫਿਰ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਜੀ PGI ਰਜਿੰਦਰਾ ਹਸਪੀਟਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਜਾਂ ਗਵਰਨਮੈਂਟ ਕਾਲਜ ਅੰਮ੍ਰਿਤਸਰ। ਇੱਥੇ ਜਿਹੜੇ ਸੀ 4 ਸਾਡੇ ਜਿਹੜੇ ਮੈਡੀਕਲ ਕਾਲਜਸ ਹੈ, ਸਭ ਤੋਂ ਪਹਿਲਾਂ ਅਸੀਂ ਸਪਲਾਈ ਇਹਨਾਂ ਨੂੰ ਕੀਤੀ, ਜਿਨ੍ਹਾਂ ਵਿੱਚ ਅਸੀਂ 1,000 PPE ਕਿੱਟਾਂ ਹੋ ਗਈਆਂ। ਉਸ ਤੋਂ ਬਾਅਦ ਤੁਹਾਡੇ N95 ਮਾਸਕ ਹੋ ਗਏ, ਸੈਨੀਟਾਈਜ਼ਰਸ ਹੋ ਗਏ, ਸਾਡੇ ਹੈਂਡ ਗਲਵਜ਼ ਹੋ ਗਏ, ਈਵਨ ਤੁਹਾਡੇ ਇਨਫਰਾਰੈਡ ਥਰਮਾਮੀਟਰਸ ਹੋ ਗਏ। ਸੋ ਇਹਨਾਂ ਚੀਜ਼ਾਂ ਦੀ ਲੋੜ ਸੀ ਸਾਰੀ। ਤੇ ਇਹ ਚੀਜ਼ਾਂ ਸਾਰੀਆਂ ਅਸੀਂ ਸਪਲਾਈ ਪਹਿਲਾਂ ਕੀਤੀਆਂ ਕਾਲਜਸ ਵਿੱਚ। ਫਿਰ ਦੇਖਿਆ ਕਿ ਹੁਣ ਸਿਵਲ ਹਸਪੀਟਲ ਕਿੰਨੇ ਆ, ਕਿਉਂਕਿ ਉੱਥੇ ਵੀ ਲੋੜ ਸੀ। ਫਿਰ ਅਸੀਂ ਪੰਜਾਬ ਦੇ ਸਾਰੇ ਸਿਵਲ ਹਸਪੀਟਲ ਕਵਰ ਕੀਤੇ। ਹਰ ਸਿਵਲ ਹਸਪੀਟਲ ਵਿੱਚ ਸਾਡੀਆਂ ਕਿੱਟਾਂ ਵੀ ਗਈਆਂ, ਸੈਨੀਟਾਈਜ਼ਰ ਵੀ ਗਏ, ਮਾਸਕ ਵੀ ਗਏ। ਫਿਰ ਆ ਗਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ, ਜਿਨ੍ਹਾਂ ਨੇ ਬਹੁਤ ਕੰਮ ਕੀਤਾ ਇਸ ਮਹਾਮਾਰੀ ਵਿੱਚ। ਹੁਣ ਜੇ ਕਿਸੇ ਦੀ ਡੈਥ ਹੋ ਗਈ ਤੁਹਾਡੇ ਸਾਹਮਣੇ ਹੈ, ਅੰਮ੍ਰਿਤਸਰ ਵੀ ਡੈਥਾਂ ਹੋਈਆਂ, ਲੁਧਿਆਣੇ ਵੀ ਹੋਈਆਂ। ਫੈਮਿਲੀ ਨੇ ਨਾ ਕਰਤੀ ਕਿ ਅਸੀਂ ਸੰਸਕਾਰ ਨਹੀਂ ਕਰਨਾ, ਉਹ ਸੰਸਕਾਰ ਪੁਲਿਸ ਮੁਲਾਜ਼ਮਾਂ ਨੂੰ ਕਰਨਾ ਪਿਆ। ਹੁਣ ਜਿਹੜਾ ਪੁਲਿਸ ਮੁਲਾਜ਼ਮ ਜਾਏਗਾ ਤੇ ਉਹਦੇ ਕੋਲ ਆਫ ਕੋਰਸ ਕਿੱਟ ਚਾਹੀਦੀ ਹੈ ਉਹਦੇ ਕੋਲ। ਫਿਰ ਅਸੀਂ ਜਿੰਨੇ ਵੀ ਸਾਡੇ SSP ਆਫਿਸ ਹੈ, 26 ਦੇ 26 ਆਫਿਸ ਜਿਹੜੇ ਡਿਸਟ੍ਰਿਕਟ, ਉਹਨਾਂ ਨੂੰ ਅਸੀਂ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ। ਸੈਨੀਟਾਈਜ਼ਰ ਜ਼ਿਆਦਾ ਪ੍ਰੋਵਾਈਡ ਕੀਤੇ ਕਿ ਤਾਂ ਜੋ ਉਹਨਾਂ ਨੇ ਨਾਕਿਆਂ 'ਤੇ ਵੀ ਜਾਣਾ, ਸੋ ਉਹਨਾਂ ਨੂੰ ਅਸੀਂ ਕਾਫੀ ਇਹ ਸਪਲਾਈ ਕੀਤਾ। ਫਿਰ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਜਿਹੜਾ ਦਿੱਤਾ ਗਿਆ, ਫਿਰ ਮੀਡੀਆ ਨੂੰ ਦਿੱਤੇ ਗਏ ਸੀ ਸੈਨੀਟਾਈਜ਼ਰ। ਮੀਡੀਆ ਨੂੰ ਬਹੁਤ ਵੰਡੇ, ਕਿਉਂਕਿ ਜੇ ਡਾਕਟਰ ਇਸ ਲਈ ਇਸ ਸੰਕਟ ਦੀ ਘੜੀ ਵਿੱਚ ਆਏ ਨੇ, ਨਿੱਤਰ ਕੇ ਆਏ ਆ, ਡਾਕਟਰਸ ਆਏ ਨੇ, ਉਸ ਤੋਂ ਬਾਅਦ ਤੁਹਾਡੇ ਪੁਲਿਸ ਪ੍ਰਸ਼ਾਸਨ ਆਇਆ ਤੇ ਮੀਡੀਆ ਵੀ ਘਰ ਨਹੀਂ ਬੈਠਿਆ, ਮੀਡੀਆ ਵੀ ਜਾ ਕੇ ਨਿਤਰਿਆ। ਤੇ ਉੱਥੇ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ, ਜਿੰਨੇ ਵੀ ਸਾਡੇ NGOs ਨੇ, ਇਹ ਵੀ ਘਰ ਨਹੀਂ ਬੈਠੇ। ਇਹਨਾਂ ਵੀ ਜਾ ਕੇ ਚਾਹੇ ਲੰਗਰ ਲਾਏ ਨੇ, ਚਾਹੇ ਕੁਝ ਵੀ ਸੇਵਾ ਕੀਤੀ ਹੈ, ਰਾਸ਼ਨ ਵੰਡਿਆ, ਸ਼ੁਰੂ ਸਭ ਨੇ ਕੀਤਾ। ਸੋ ਇਹ ਸਾਰਿਆਂ ਨੂੰ ਮੌਕਾ ਮਿਲਿਆ ਇਸ ਤਰ੍ਹਾਂ ਕਰਨ ਦਾ। ਅੱਜ ਦੇ ਸਮੇਂ ਵਿੱਚ ਅਗਰ ਸਰ ਕਰੋਨਾ ਨੂੰ ਲੈ ਕੇ ਗੱਲ ਕਰੀਏ ਤੇ ਕੁਝ ਜਾਗਰੂਕਤਾ ਵਾਸਤੇ ਵੀ ਕੁਝ ਕਦਮ ਜਿਹੜੇ ਉਠਾਉਣ ਦੀ ਲੋੜ ਹੈ। ਹਜੇ ਤੱਕ ਵੀ ਲੋਕਾਂ ਵਿੱਚ ਸ਼ਾਇਦ ਅਸੀਂ ਸੈਨੀਟਾਈਜ਼ਰ ਦਾ ਪ੍ਰਯੋਗ, ਜੇ ਮਾਸਕ ਦੀ ਗੱਲ ਕਰੀਏ ਜਾਂ ਸੋਸ਼ਲ ਡਿਸਟੈਂਸਿੰਗ, ਹੋਰ ਕੀ ਕੁਝ ਤੁਸੀਂ ਸੋਚ ਰਹੇ ਹੋ ਅਵੇਅਰਨੈਸ ਵਾਸਤੇ? ਕੀ ਕੁਝ ਹੋਰ ਕਦਮ ਜਿਹੜੇ ਹੋ ਸਕਦੇ? ਦੇਖੋ, ਪਹਿਲਾਂ ਤਾਂ ਕਰੋਨਾ ਦਾ ਬਹੁਤ ਡਰ ਸੀ ਹਰ ਕਿਸੇ ਨੂੰ, ਸਾਰੇ ਘਰਾਂ 'ਚ ਹੀ ਬੈਠੇ ਰਹੇ। ਆਹਿਸਤਾ ਜਿਸ ਤਰ੍ਹਾਂ ਕਿ ਲੋਕਡਾਊਨ ਖੁੱਲ੍ਹਣਾ ਸ਼ੁਰੂ ਹੋਇਆ, ਲੋਕਾਂ 'ਚ ਡਰ ਵੀ ਖਤਮ ਹੋ ਗਿਆ। ਬਾਕੀ ਮਾਸਕ ਦੇਖੋ, ਅੱਜ ਤੁਸੀਂ ਦੇਖੋਗੇ ਮਾਸਕ ਸਾਰਿਆਂ ਨੇ ਪਾਏ ਹੋਏ, ਚਾਹੇ ਉਹ ਫਾਈਨ ਬੜੇ ਹੋ ਰਹੇ ਨੇ, ਪ੍ਰਸ਼ਾਸਨ ਦਾ ਡਰ ਵੀ ਹੈ ਉਹਨਾਂ ਨੂੰ, ਜਾਂ ਬੰਦੇ ਸਮਝਦੇ ਨੇ ਕਿ ਆਪਣੀ ਸੇਫਟੀ ਲਈ ਆਪਾਂ ਮਾਸਕ ਪਾ ਕੇ ਰੱਖੀਏ, ਡਿਸਟੈਂਸ ਲੋਕੀ ਬਣਾ ਕੇ ਰੱਖਦੇ ਨੇ। ਕੁਝ ਜਗ੍ਹਾ ਹੈਗੀਆਂ ਜਿੱਥੇ ਕਿ ਲੋਕ ਨਹੀਂ ਸਮਝਦੇ, ਉਹ ਫਿਰ ਵੀ ਜਿਹੜਾ ਸੋਸ਼ਲ ਡਿਸਟੈਂਸ ਹੈ ਨਹੀਂ ਬਣਾ ਕੇ ਰੱਖਦੇ, ਪਰ ਅਦਰਵਾਈਜ਼ ਤਾਂ ਠੀਕ ਹੀ ਹੈ। ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਸ ਨੇ ਆਪਾਂ ਮੈਡੀਕਲ ਜਿਹੜੀਆਂ ਇਕਵਿਪਮੈਂਟ ਵਗੈਰਾ ਸ਼ੁਰੂ ਕੀਤੇ ਦੇਣੇ, ਫਿਰ ਮੈਨੂੰ ਜੰਮੂ ਮੈਡੀਕਲ ਕਾਲਜ ਤੋਂ ਆ ਗਿਆ, ਅਸੀਂ ਉੱਥੇ ਕਵਰ ਕੀਤਾ। ਸ਼੍ਰੀਨਗਰ ਦੇ 4 ਹਸਪੀਟਲ ਅਸੀਂ ਉਹ ਵੀ ਸਿਵਲ ਹਸਪੀਟਲ ਕਵਰ ਕੀਤੇ। ਇਹ ਸੀ ਪਹਿਲਾ ਦੌਰ ਜਿੱਥੇ ਇਹ ਕਰਨਾ ਜ਼ਰੂਰੀ ਸਮਝਿਆ ਮੈਂ। ਇਸ ਤੋਂ ਬਾਅਦ ਸੈਕੰਡ ਜਿਹੜਾ ਆਇਆ ਸਾਡਾ ਕੰਮ ਜਿਹੜਾ ਸੀ, ਕਿਉਂਕਿ ਇਹ ਕਰੋਨਾ ਮਹਾਮਾਰੀ 'ਚ ਆਪਾਂ 3 ਕੰਮ ਕੀਤੇ ਮੇਨ। ਪਹਿਲਾ ਕੰਮ ਸਾਡਾ ਹੋ ਗਿਆ ਮੈਡੀਕਲ ਵੈਂਟੀਲੇਟਰਸ ਔਰ ਮਾਸਕ ਸਪਲਾਈ, ਸਾਰਾ ਹੋ ਗਿਆ। ਜਿਹੜੇ 3 ਲੇਅਰ ਮਾਸਕ, ਇਹ ਤਾਂ ਅਸੀਂ 10 ਲੱਖ ਤੋਂ ਉੱਤੇ ਵੰਡੇ ਆ। ਇਹ ਤਾਂ ਅਸੀਂ ਮੰਡੀਆਂ ਵਿੱਚ ਵੀ ਵੰਡੇ ਨੇ, ਅਸੀਂ ਮਾਰਕਫੈਡ ਨੂੰ ਵੀ ਦਿੱਤੇ ਨੇ, ਏਅਰਪੋਰਟਾਂ ਦੇ ਦਿੱਤੇ ਨੇ, ਸਾਰੇ ਰੇਲਵੇ ਲਾਈਨ 'ਤੇ ਦਿੱਤੇ। ਜਦੋਂ ਪ੍ਰਵਾਸੀ ਮਜ਼ਦੂਰ ਵਾਪਸ ਗਏ ਤਾਂ ਅਸੀਂ ਉੱਥੇ ਸਟੇਸ਼ਨਾਂ 'ਤੇ ਵੀ ਵੰਡੇ ਨੇ। ਇਹ ਸਾਰਾ ਚਲੋ ਇਹ ਤਾਂ ਚੱਲ ਗਿਆ ਸਾਰਾ। ਹੁਣ ਦੂਜਾ ਜਿਹੜੀ ਲੋੜ ਸੀ ਉਹ ਸੀਗੀ ਰਾਸ਼ਨ ਸਮੱਗਰੀ ਦੀ, ਕਿਉਂਕਿ ਲੋਕਾਂ ਦੀਆਂ ਜੌਬਸ ਚੱਲ ਗਈਆਂ, ਸੈਲਰੀਆਂ ਟਾਈਮ 'ਤੇ ਨਹੀਂ ਮਿਲੀਆਂ, ਬਿਜ਼ਨਸ ਠੱਪ ਹੋ ਗਏ, ਸਕੂਲ ਬੰਦ ਹੋ ਗਏ, ਕਾਲਜ ਬੰਦ ਹੋ ਗਏ, ਉਹਨਾਂ ਦੇ ਡਰਾਈਵਰਸ 3 ਵੀਲਰ ਬੰਦ ਹੋ ਗਏ। ਤੇ ਫਿਰ ਅਸੀਂ ਜਿਹੜਾ ਰਾਸ਼ਨ ਸਮੱਗਰੀ ਸੀ ਇਹਦੇ ਲਈ ਅਸੀਂ ਬਜਟ ਰੱਖੇ, ਇਹਨੂੰ ਸ਼ੁਰੂ ਕੀਤਾ। ਦੇਖੋ, ਅਸੀਂ ਟਰਸਟ ਵੱਲੋਂ ਨਾ ਤਾਂ ਅਸੀਂ ਝੌਂਪੜੀਆਂ 'ਚ ਗਏ ਹਾਂ, ਨਾ ਸਲਮ ਏਰੀਆ 'ਚ ਗਏ ਹਾਂ। ਇਸ ਤਰੀਕੇ ਨਾਲ ਅਸੀਂ ਰਾਸ਼ਨ ਨਹੀਂ ਵੰਡਿਆ। ਸਾਡਾ ਰਾਸ਼ਨ ਵੰਡਣ ਦਾ ਬਿਲਕੁਲ ਤਰੀਕਾ ਹੀ ਡਿਫਰੈਂਟ ਸੀ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬੰਦੇ ਕਵਰ ਕੀਤੇ। ਆਪਣੇ ਬੰਦੇ ਦਾ ਮੀਨਸ ਜਿੱਦਾਂ ਅਸੀਂ ਪਹਿਲਾਂ ਦੱਸ ਕੇ ਹਟਿਆ ਕਿ ਵਿਡੋਜ਼ ਪੈਨਸ਼ਨ ਦੇ ਰਹੇ ਆਪਾਂ 11,500 ਵਿਡੋਜ਼ ਨੇ ਜਿਨ੍ਹਾਂ ਨੂੰ ਅਸੀਂ ਪੈਨਸ਼ਨ ਲਾਈ ਹੋਈ ਹੈ, ਮੰਥਲੀ ਪੈਨਸ਼ਨ ਪਿਛਲੇ 8 ਸਾਲ ਤੋਂ ਚੱਲਦੀ ਆ ਰਹੀ ਹੈ। ਸੋ ਉਹਨਾਂ ਨੂੰ ਰਾਸ਼ਨ ਘਰ ਪਹੁੰਚਾਇਆ, ਕਿਉਂਕਿ ਸਾਡੇ ਕੋਲ ਦੇ ਟੈਲੀਫੋਨ ਨੰਬਰ ਵੀ ਸੀਗੇ, ਐਡਰੈਸਿਸ ਸੀਗੇ, ਸਾਰਾ ਡਾਟਾ ਸਾਡੇ ਕੋਲ ਸੀਗਾ। ਦੂਸਰੇ ਸਾਡੇ ਕੋਲ ਜਿਹੜੇ ਸੀ ਜਿਨ੍ਹਾਂ ਨੂੰ ਅਸੀਂ ਮੈਡੀਕਲ ਸਪੋਰਟ ਕਰ ਰਹੇ ਹਾਂ, ਮੈਡੀਸਨਸ ਦੇ ਰਹੇ ਹਾਂ ਮਹੀਨੇ ਦੀ ਨਾ, ਕਿਸੇ ਨੂੰ 1000, ਕਿਸੇ ਨੂੰ 2000, ਕਿਸੇ ਨੂੰ 2500 ਦੀ ਆਉਂਦੀ ਹੈ, ਉਹ 4,500 ਦੇ ਕਰੀਬ ਉਹ ਬਣ ਜਾਂਦੇ ਆ। ਸੋ ਉਹ ਵੀ ਅਸੀਂ ਰਾਸ਼ਨ ਉਹਨਾਂ ਦੇ ਘਰਾਂ 'ਚ ਪਹੁੰਚਾਇਆ। ਤੀਸਰਾ ਜਿਹੜਾ ਵਰਗ ਸੀ ਉਹ ਸਭ ਤੋਂ ਵੱਡਾ ਸੀ, ਕੋਈ 9,500 ਦੇ ਕਰੀਬ ਜਿਹੜੇ ਅਸੀਂ ਬੱਚੇ ਅਡੋਪਟ ਕੀਤੇ ਹੋਏ ਨੇ ਹਾਇਰ ਸਟੱਡੀ ਦੇ।
ਹੁਣ ਉਹ ਜਿਹੜੇ ਬੱਚੇ ਨੇ ਉਹ ਪਿੰਡਾਂ ਦੇ ਬੱਚੀਆਂ ਨੇ, ਕੋਈ ਧੋਬੀ ਦੀ ਬੇਟੀ ਹੈ, ਕੋਈ ਨਾਈ ਦੀ ਬੇਟੀ ਹੈ, ਕੋਈ ਰੇਹੜੀ ਲਗਾ ਰਿਹਾ ਸੀ, ਕੋਈ ਛੋਟਾ ਮੋਟਾ ਬਿਜ਼ਨਸ ਸੀ, ਕੋਈ ਡਰਾਈਵਰ ਸੀਗਾ। ਤੁਸੀਂ ਆਇਡੈਂਟੀਫਾਈਡ ਕੀਤੇ ਹੋਏ ਬਿਲਕੁਲ ਸਾਡੇ ਕੀਤੇ, ਇਹ ਸਾਡਾ ਡਾਟਾ ਸਾਡੇ ਕੋਲ ਸਟੋਰ ਹੈ ਜੀ, ਕਿ ਜਿਹਨਾਂ ਨੂੰ ਹਰ ਮਹੀਨੇ ਅਸੀਂ ਜਿਹੜੀ ਹੈ ਇਹ ਸਪੋਰਟ ਕਰਦੇ ਹਾਂ ਜੀ। ਤੇ ਇਹ ਸਾਰਿਆਂ ਨੂੰ ਅਸੀਂ ਰਾਸ਼ਨ ਪਹਿਲਾਂ ਦਿੱਤਾ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਨੂੰ ਕੰਟੈਕਟ ਕੀਤਾ ਤੇ ਅਸੀਂ 10% ਅਸੀਂ ਜਿਹੜੇ ਸੀ ਨਾ ਲਿਸਟਾਂ ਉਹਨਾਂ ਕੋਲ ਲਈਆਂ ਕਿ ਰਾਸ਼ਨ ਅਸੀਂ ਆਪ ਹੀ ਵੰਡਾਂਗੇ, ਸਾਨੂੰ ਲਿਸਟਾਂ ਦੇ ਦਿਓ ਤੁਸੀਂ ਜੀ। ਕਿਉਂਕਿ ਮੇਰੇ ਕੋਲ ਇੰਨੇ ਬੰਦੇ ਸਾਡੇ ਸੇਵਾਦਾਰ ਇੰਨੇ ਹੈਗੇ ਟਰਸਟ ਦੇ, ਤੇ ਸਾਨੂੰ ਬਾਹਰੋਂ ਕਿਸੇ ਨੂੰ ਜਾਣ ਦੀ ਲੋੜ ਨਹੀਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ। ਹਰ ਡਿਸਟ੍ਰਿਕਟ ਵਿੱਚ ਸਾਡੇ 25-30 ਮੈਂਬਰ ਜਿਹੜੇ ਉਹ ਬੈਠੇ ਹੋਏ ਨੇ, 1100-1200 ਸਾਡੇ ਕੋਲ ਮੈਂਬਰ ਹੈਗਾ ਆਪਣਾ ਹੀ, ਤੇ ਸਾਡੇ ਲਈ ਬੜਾ ਈਜ਼ੀ ਸੀ ਇਹ ਰਾਸ਼ਨ ਵੰਡਣਾ। ਇਹ ਚਾਰਾਂ ਨੂੰ ਅਸੀਂ ਵੰਡ ਕੇ 10% ਪ੍ਰਸ਼ਾਸਨ ਦਾ ਵੀ ਲਾ ਲਿਆ। ਸੋ ਪਹਿਲਾਂ 25,000 ਸੀਗਾ ਫੈਮਿਲੀਜ਼ ਕਵਰ ਕੀਤੀਆਂ, ਫਿਰ 35,000 ਕੀਤੀਆਂ, ਫਿਰ 45,000 ਕੀਤੀਆਂ, ਹੁਣ ਪਿੱਛੇ 60,000 ਨੂੰ ਟੱਚ ਕਰ ਗਏ ਅਸੀਂ। ਇਹਦੇ ਵਿੱਚ ਇਹ ਹੋਇਆ ਕਿ ਵਾਧਾ ਹੁੰਦਾ ਗਿਆ। 3-4 ਸ਼੍ਰੇਣੀਆਂ ਜਿਹੜੀਆਂ ਸੀ ਸਾਡੀਆਂ ਉਹ ਸਾਡੀਆਂ ਇਹ 'ਚ ਐਡ ਹੋ ਗਈਆਂ ਪਿਛਲੇ 2 ਮਹੀਨਿਆਂ ਤੋਂ। ਨੰਬਰ 1 ਤਾਂ ਸਿਰਫ ਪਹਿਲਾਂ ਤਾਂ ਹੋਏ ਪਾਠੀ ਸਿੰਘ, ਗ੍ਰੰਥੀ ਸਿੰਘ ਸਾਹਿਬਾਨ, ਢਾਡੀ ਜੱਥੇ, ਜਿਨ੍ਹਾਂ ਦੇ ਕੰਮ ਬੰਦ ਹੋ ਗਏ ਬਿਲਕੁਲ। ਗੁਰਦੁਆਰੇ ਬੰਦ ਸੀਗੇ, ਪਾਠੀਆਂ ਕੋਲ ਪਾਠ ਨਹੀਂ ਸੀ, ਅਗਰ ਉਹ ਪਾਠ ਕਰਨਗੇ ਤਾਂ ਪੇਟਾ ਮਿਲੇਗੀ ਤਾਂ ਗੁਜ਼ਾਰਾ ਚੱਲੇਗਾ ਉਹਨਾਂ ਦਾ। ਸੋ ਉਹਨਾਂ ਨੇ ਵੀ ਮਹੀਨਾ-1.5 ਮਹੀਨਾ ਕੱਟਿਆ, ਲੇਕਿਨ ਬਾਅਦ ਸਾਨੂੰ ਕੁਝ ਜਿਹੜੇ ਪਾਠੀ ਸਿੰਘ ਸੀ ਉਹਨਾਂ ਨੇ ਰਿਕੁਐਸਟ ਕੀਤੀ, ਉਹ ਕਹਿੰਦੇ ਸਾਡੇ ਘਰਾਂ 'ਚ ਆ ਕੇ ਦੇਖ ਲਓ, ਸਾਡੇ ਕੋਲ ਹੈ ਨਹੀਂ ਰਾਸ਼ਨ ਔਰ ਅਸੀਂ ਮੰਗ ਵੀ ਨਹੀਂ ਸਕਦੇ। ਬਿਲਕੁਲ ਠੀਕ ਹੈ ਗੱਲ। ਹੁਣ ਜੇ ਗੁਰੂ ਘਰ ਦੇ ਵਜ਼ੀਰ ਅਗਰ ਮੰਗਣ ਤੁਰ ਗਏ ਤੇ ਫਿਰ ਇਹ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਚਲੋ ਅਸੀਂ ਉਹਨਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ। ਨਾਲ ਹੀ ਮੈਂ ਅਨਾਉਂਸ ਕਰਤਾ, ਮੈਂ ਕਿਹਾ ਤੁਹਾਡੇ ਜਿੰਨੇ ਵੀ ਜਾਣ ਪਛਾਣ ਵਾਲੇ ਨੇ ਜਿਹਦੇ ਘਰ 'ਚ ਰਾਸ਼ਨ ਨਹੀਂ ਹੈਗਾ, ਸਾਡੇ ਟਰਸਟ ਨੂੰ ਕੰਟੈਕਟ ਕਰੋ। ਪਹਿਲੇ ਮਹੀਨੇ ਵਿੱਚ ਹੀ 3800 ਕਿ 4000 ਪਾਠੀ ਸਿੰਘਾਂ ਨੇ ਤੇ ਗ੍ਰੰਥੀ ਸਿੰਘਾਂ ਨੇ ਸਾਨੂੰ ਕੰਟੈਕਟ ਕਰ ਲਿਆ। ਕੱਲ੍ਹ ਤੱਕ ਸਾਡੇ ਕੋਲ ਜਿਹੜਾ ਸੀ 8000 ਤੇ 700 ਜਿਹੜੇ ਅਸਲੇ ਪਾਠੀ ਸਿੰਘ, ਰਾਗੀ ਸਿੰਘ ਤੇ ਕੁਸ਼ਰੀ ਹੋ ਗਏ, ਢਾਡੀ ਜੱਥੇ ਹੋ ਗਏ, ਇਹ ਸਾਨੂੰ ਕੰਟੈਕਟ ਕਰ ਚੁੱਕੇ ਆ ਤੇ ਅਸੀਂ ਸਾਰਿਆਂ ਦੇ ਘਰੋਂ ਘਰੀ ਰਾਸ਼ਨ ਦੇ ਕੇ ਆ ਰਹੇ ਹਾਂ। ਦੂਸਰਾ ਇੱਕ ਹੋਰ ਜਿਹੜਾ ਵਰਗ ਸਾਡੇ ਕੋਲ ਆਇਆ, ਜਿਹੜੇ ਕਿ ਜਿਨ੍ਹਾਂ ਨੇ ਕਾਰਾਂ ਵੀ ਰੱਖੀਆਂ ਹੋਈਆਂ ਨੇ, ਉਹਨਾਂ ਕੋਲ ਮੋਟਰਸਾਈਕਲ ਵੀ ਹੈਗੇ ਨੇ, ਸਕੂਟਰ ਵੀ ਹੈਗੇ ਨੇ, ਲੇਕਿਨ ਅੱਜ ਉਹਨਾਂ ਦੀ ਹਾਲਤ ਬਹੁਤ ਰਿਚ ਲੱਗਦੇ ਆ, ਲੇਕਿਨ ਅੰਦਰੋਂ ਖੋਖਲੇ ਹੋ ਚੁੱਕੇ ਆ। ਹੁਣ ਰੀਜ਼ਨ ਇਹ ਕਿ ਕਿਸੇ ਵੀ ਬੰਦੇ ਨੂੰ ਦੇਖੋ, ਫੈਮਿਲੀ ਜਿਹੜੇ ਸਰਵਿਸ ਪੇਸ਼ਾ ਬੰਦਾ ਨਾ ਜੀ, ਉਹ ਡਿਪੈਂਡ ਹੁੰਦਾ ਤਨਖਾਹ ਦੇ ਉੱਤੇ। ਉਹਨੇ ਕਾਰ ਦੀ ਕਿਸ਼ਤ ਵੀ ਦੇਣੀ ਹੈ, ਮੋਟਰਸਾਈਕਲ ਦੀ ਕਿਸ਼ਤ ਵੀ ਦੇਣੀ ਹੈ, ਬਿਜਲੀ ਪਾਣੀ ਦੇ ਬਿੱਲ ਵੀ ਦੇਣੇ। ਬਹੁਤ ਵੱਡਾ ਵਰਗ ਇਹੋ ਜਿਹਾ ਜਿਹੜਾ ਪ੍ਰਭਾਵਿਤ ਹੋਇਆ। ਬਿਲਕੁਲ, ਇੰਸ਼ੋਰੈਂਸਾਂ ਦੇ ਪੈਸੇ ਵੀ ਦੇਣੇ ਨੇ, ਮਤਲਬ ਕਾਫੀ ਕੁਝ ਦੇਣਾ ਉਹਨਾਂ ਨੇ। ਲੇਕਿਨ ਅਗਰ ਇਨਪੁਟ ਹੀ ਨਹੀਂ ਹੋਏਗੀ, ਅਗਰ 4-4 5-5 ਮਹੀਨੇ ਉਹਨੂੰ ਸੈਲਰੀ ਨਹੀਂ ਮਿਲੇਗੀ ਤੇ ਗੁਜ਼ਾਰਾ ਕਿੱਦਾਂ ਚੱਲੇਗਾ? ਕਿੰਨੀ ਦੇਰ ਉਹ ਬੈਂਕਾਂ 'ਚੋਂ ਕਢਾ ਕੇ ਖਾਣਗੇ ਜੀ। ਸੋ ਉਹ ਵਰਗ ਨੇ ਸਾਨੂੰ ਅਪਰੋਚ ਕੀਤੀ ਫਿਰ ਮੀਡੀਆ ਦੇ ਥਰੂ। ਉਹ ਵੀ ਪਹਿਲਾਂ ਲਿਸਟ ਸਾਡੇ ਕੋਲ 1200 ਆਏ, ਫਿਰ 3400 ਹੋ ਗਏ, ਫਿਰ 4800 ਹੋ ਗਏ, ਅੱਜ 6000 ਦੇ ਕਰੀਬ ਉਹ ਵੀ ਸਾਡੇ ਕੋਲ ਫੈਮਲੀਆਂ ਹੈਗੀਆਂ ਨੇ, ਲੋਅਰ ਮਿਡਲ ਤੇ ਮਿਡਲ ਕਲਾਸ ਫੈਮਲੀਆਂ। ਹੁਣ ਉਹ ਤਾਂ ਉਹ ਵੀ ਨਹੀਂ ਮੰਗ ਸਕਦੀਆਂ ਕਿਸੇ ਕੋਲੋਂ ਵੀ, ਲੇਕਿਨ ਉਹਨਾਂ ਨੇ ਇਸੇ ਨਾਲ ਸਾਨੂੰ ਕੰਟੈਕਟ ਕੀਤਾ। ਸਾਡੇ ਜਿਹੜੇ ਮੈਂਬਰ ਨੇ ਉਹੀ ਜਾਂਦੇ ਆ, ਉਹ ਜਾ ਕੇ ਉਹਨਾਂ ਦੇ ਘਰ ਘਰ ਰਾਸ਼ਨ ਪਹੁੰਚਾਉਂਦੇ ਆ। ਫਿਰ ਅਸੀਂ ਪੰਜਾਬ ਪਹਿਲਾਂ ਸਾਰਾ ਕਵਰ ਕੀਤਾ, ਉਸ ਤੋਂ ਬਾਅਦ ਫਿਰ ਅਸੀਂ ਰਾਜਸਥਾਨ ਦਾ ਕੁਛ ਏਰੀਆ, ਗੰਗਾਨਗਰ, ਇੱਧਰ ਹਿਮਾਚਲ ਦਾ ਕੁਛ ਏਰੀਆ, ਬੱਦੀ ਐਂਡ ਨਾਲਾਗੜ੍ਹ। ਫਿਰ ਸਾਨੂੰ ਲੋੜ ਸੀ ਕਿਉਂਕਿ ਸਾਡੇ ਆਫਿਸ ਹੈਗੇ ਨੇ ਸ਼੍ਰੀਨਗਰ, ਜੰਮੂ ਕਸ਼ਮੀਰ 'ਚ ਵੀ ਹੈਗੇ ਆ। ਫਿਰ ਅਸੀਂ ਉੱਥੇ ਕੀਤਾ, ਜੰਮੂ ਹੋ ਗਿਆ, ਕਟੜਾ ਹੋ ਗਿਆ, ਤੇ ਇਹ ਸਾਈਡ ਜਿਹੜੀ ਸੀ ਨਾ, ਇੱਧਰ ਵੀ ਅਸੀਂ ਰਾਸ਼ਨ ਪਹੁੰਚਾਇਆ ਉੱਥੇ। ਈਵਨ ਸ਼੍ਰੀਨਗਰ, ਬਾਰਾਮੂਲਾ ਸਾਈਡ ਵੀ ਇਸ ਮਹੀਨੇ ਸਾਡਾ 25,000 ਫੈਮਿਲੀ ਜਿਹੜੀ ਹੈ ਉਹਦਾ ਰਾਸ਼ਨ ਅਸੀਂ ਉੱਥੇ ਵੀ ਦਿੱਤਾ ਹੈ। ਉਹ ਰਾਸ਼ਨ ਸਾਡਾ ਕਿੱਟ ਸਾਡੀ ਹੁੰਦੀ ਜਿਹੜਾ ਕਿ 1 ਮਹੀਨੇ ਦਾ ਗੁਜ਼ਾਰਾ ਬੰਦੇ ਦਾ ਚੱਲ ਰਿਹਾ। ਜਿਸ ਵੇਲੇ ਰਾਸ਼ਨ ਦੇ ਕੇ ਆਉਂਦੇ ਤੇ ਨਾਲ ਸਾਡੇ ਮੈਂਬਰ ਕਹਿ ਦਿੰਦੇ ਨੇ ਵੀ ਭਾਈ ਆਹ ਰਾਸ਼ਨ ਤੁਹਾਨੂੰ ਦਿੱਤਾ 1 ਮਹੀਨੇ ਦਾ, ਪਹਿਲਾਂ ਮੁੱਕ ਗਿਆ ਤਾਂ ਸਾਨੂੰ ਫੋਨ ਕਰ ਦਿਓ, ਨਹੀਂ ਤਾਂ ਮਹੀਨੇ ਬਾਅਦ ਅਸੀਂ ਫੇਰ ਆਵਾਂਗੇ। ਕਿਉਂਕਿ ਮੈਂ 6 ਮਹੀਨੇ ਰੱਖ ਕੇ ਚੱਲਿਆ ਸੀ, ਸੈਪਟੰਬਰ ਤੱਕ ਮੇਰੇ ਜਿਹੜੀ ਪੂਰੀ ਤਿਆਰੀ ਹੈ ਰਾਸ਼ਨ ਦੀ, ਇਹ ਅਸੀਂ ਸੈਪਟੰਬਰ ਤੱਕ ਰਾਸ਼ਨ ਸਾਰਾ ਇਹ ਬਣਨਾ ਹੈ। ਸਰ, ਮਹਾਮਾਰੀ ਦੇ ਵਿੱਚ ਬਹੁਤ ਸਾਰੇ ਬਾਹਰ ਵਿਦੇਸ਼ ਵਿੱਚ ਲੋਕ ਸੀਗੇ, ਚਾਹੇ UAE ਦੇ ਵਿੱਚ ਸੀਗੇ, ਕੰਮ ਧੰਦੇ ਵੀ ਬੰਦ ਹੋ ਗਏ, ਔਰ ਕਈ ਵਾਰੀ ਇਹੋ ਜਿਹਾ ਹੋਇਆ ਕਿ ਕਿਸੇ ਨੂੰ ਇਸ ਮਹਾਮਾਰੀ ਨੇ ਨਿਗਲ ਵੀ ਲਿਆ, ਉਸ ਕਰੋਨਾ ਕਰਕੇ ਮੌਤ ਵੀ ਹੋ ਗਈ। ਸੋ ਉਹਨਾਂ ਦੀ ਡੈਡ ਬੋਡੀ ਨੂੰ ਭਾਰਤ ਲੈ ਕੇ ਆਉਣਾ ਇਹ ਬਹੁਤ ਵੱਡਾ ਚੈਲੰਜ ਹੈ, ਔਰ ਇਸ ਦੇ ਵਿੱਚ ਵੀ ਤੁਸੀਂ ਲੋਕਾਂ ਦੀ ਬਾਂਹ ਫੜੀ ਔਰ ਲੋਕਾਂ ਦੀ ਸਹਾਇਤਾ ਕੀਤੀ। ਸੋ ਉਹਦੇ ਬਾਰੇ ਵੀ ਥੋੜ੍ਹਾ ਜਿਹਾ। UAE 'ਚੋਂ ਲੋਕਾਂ ਨੇ ਮੈਨੂੰ ਉੱਥੇ ਵੀ ਅਪਰੋਚ ਕੀਤੀ ਸਾਡੀ ਟੀਮ ਨੂੰ ਜੀ। ਮੇਰਾ ਨੰਬਰ ਸਾਰਿਆਂ ਕੋਲ ਹੈ ਕਿਉਂਕਿ ਜੇਲ੍ਹਾਂ 'ਚ ਬੜੇ ਕੰਮ ਕੀਤੇ ਨੇ ਸਾਰੇ, ਬਹੁਤ ਸਭ ਨੂੰ ਪਤਾ ਕਿ ਇਹ ਹੈਲਪ ਕਰਦੀ ਹੈ ਟਰਸਟ ਹੈ। ਤਾਂ ਮੈਨੂੰ ਅਪਰੋਚ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਹੁਣ ਇਹ ਕਿਹਾ ਗਿਆ ਕਿ ਸਾਊਥ ਵੱਲੋਂ ਜਿਹੜੇ NGOs ਹੈਗੀਆਂ ਨਾ, ਉਹ ਚਾਰਟਰਡ ਪਲੇਨ ਲੈ ਕੇ ਆਪਣੇ ਬੰਦਿਆਂ ਨੂੰ ਲਿਜਾ ਰਹੀਆਂ ਨੇ ਜੀ। ਤੇ ਪੰਜਾਬ 'ਚ ਕਿਉਂ ਨਹੀਂ ਐਸਾ ਹੋ ਰਿਹਾ ਵੀ ਪੰਜਾਬ 'ਚ ਵੀ ਤੁਸੀਂ ਬੈਠੇ ਹੋ ਤੇ ਕੁਝ ਸਾਡੇ ਬਾਰੇ ਸੋਚੋ, ਅਸੀਂ ਆਉਣਾ ਚਾਹੁੰਦੇ ਹਾਂ, ਸਾਡੇ ਕੋਲ ਜੋਬ ਨਹੀਂ ਹੈ ਜੀ, ਜੋਬਸ ਖਤਮ ਹੋ ਗਈਆਂ ਉਹਨਾਂ ਕੋਲ, ਸੈਲਰੀ ਤਾਂ ਕਈਆਂ ਬੰਦਿਆਂ ਨੂੰ 4-4 5 ਮਹੀਨੇ ਸੈਲਰੀ ਨਹੀਂ ਮਿਲੀ, ਕਈਆਂ ਕੋਲ ਤਾਂ ਛੱਤ ਨਹੀਂ ਹੈਗੀ, ਅਕੋਮੋਡੇਸ਼ਨ ਵੀ ਨਹੀਂ ਰਹੀ ਕਿਉਂਕਿ ਕੰਪਨੀਆਂ ਬੰਦ ਹੋ ਗਈਆਂ, ਮਾਲਕ ਭੱਜ ਗਏ, ਉਹ ਬੰਦੇ ਰੋਡ ਤੇ ਆ ਗਏ। ਇਸ ਚੀਜ਼ ਨੂੰ ਦੇਖਦਿਆਂ ਫਿਰ ਟਰਸਟ ਵੱਲੋਂ ਅਸੀਂ ਜੁਲਾਈ ਮਹੀਨੇ 'ਚ ਮੈਂ 4 ਜਿਹੜੇ ਸੀ ਚਾਰਟਰਡ ਪਲੇਨ ਹਾਇਰ ਕੀਤੇ। ਪਹਿਲਾ ਪਲੇਨ ਮੈਂ ਲੈ ਕੇ ਆਇਆ ਉੱਥੋਂ ਦੀ 177 ਬੰਦਿਆਂ ਨੂੰ, ਚੰਡੀਗੜ੍ਹ ਲੈ ਕੇ ਆਇਆ 7 ਜੁਲਾਈ ਨੂੰ, 13 ਜੁਲਾਈ ਨੂੰ ਫਿਰ ਅੰਮ੍ਰਿਤਸਰ ਲੈ ਕੇ ਆਇਆ 174 ਬੰਦੇ। ਤੀਸਰਾ ਫਿਰ ਜਿਹੜਾ ਪਲੇਨ ਸੀ ਉਹ 22 ਤਰੀਕ ਨੂੰ ਮੈਂ ਫਿਰ ਚੰਡੀਗੜ੍ਹ ਲੈ ਕੇ ਆਇਆ, ਉਹ 'ਚ 177 ਸੀਗੇ।
ਜੀ। ਤੇ ਹੁਣ ਜਿਹੜਾ ਇੱਕ ਪਲੇਨ, ਕਿਉਂਕਿ ਉੱਥੇ ਹੁਣ ਸਾਡਾ ਆਉਣਾ ਸੀ 30 ਤਰੀਕ ਨੂੰ ਪਲੇਨ, ਲੇਕਿਨ ਛੁੱਟੀਆਂ ਆ ਗਈਆਂ ਈਦ ਦੀਆਂ, ਤੇ ਈਦ ਦੀ ਛੁੱਟੀਆਂ ਕਰਕੇ ਪਾਸਪੋਰਟ ਵਗੈਰਾ ਨਹੀਂ ਮਿਲ ਸਕਦੇ ਸੀ, ਤੇ ਅਸੀਂ ਫਿਰ ਫਲਾਈਟ ਅੱਗੇ ਕੀਤੀ। ਹੁਣ 6 ਤਰੀਕ ਨੂੰ ਜਿਹੜਾ ਇੱਕ ਪਲੇਨ ਸਾਡਾ 180 ਬੰਦੇ ਲੈ ਕੇ ਉਹ ਚੰਡੀਗੜ੍ਹ ਆ ਰਿਹਾ। ਜਿਹੜੇ ਸਾਡੇ ਚਾਰਟਰਡ ਪਲੇਨ ਕੀਤੇ ਨਾ ਜੀ, ਇਹ 'ਚ 4 ਕੈਟਾਗਰੀਆਂ ਨੇ। ਜਿਹੜੀ ਪਹਿਲੀ ਕੈਟਾਗਰੀ ਆ ਉਹ ਤੇ ਸੀ ਕਿ ਜਿਹੜੇ ਟੂਰਿਸਟ ਵੀਜ਼ੇ ਤੇ ਗਏ ਸੀ, ਘੁੰਮਣ ਫਿਰਨ ਗਏ ਸੀ, ਉਹਨਾਂ ਕੋਲ ਪੈਸਾ ਵੀ ਸੀਗਾ, ਲੇਕਿਨ ਉੱਥੇ ਜਾ ਕੇ ਫਸ ਗਏ। 3.5 ਮਹੀਨੇ ਤੋਂ ਉੱਥੇ ਉਹ ਲੋਕਡਾਊਨ 'ਚ ਰਹੇ। ਹੁਣ ਉਹ ਵਾਪਸ ਆਉਣਾ ਚਾਹੁੰਦੇ ਸੀ, ਉਹ ਕਹਿੰਦੇ ਸੀ ਜਿੰਨੀ ਵੀ ਟਿਕਟ ਲੱਗੇ ਅਸੀਂ ਦੇ ਦਿਆਂਗੇ। ਸੋ ਉਹਨਾਂ ਨੇ ਟਿਕਟ ਪੂਰੀ ਖਰਚੀ ਆਪਣੀ। ਦੂਸਰੀ ਜਿਹੜੇ ਸੀਗੇ ਕੈਟਾਗਰੀ, ਕੰਪਨੀ ਜਿਹੜੀਆਂ ਅੱਛੀਆਂ ਸੀਗੀਆਂ, ਜਿਨ੍ਹਾਂ ਨੇ ਸਟਾਫ ਨੂੰ ਕੋਈ ਟਰਮੀਨੇਟ ਕਰਨਾ ਸੀ ਜਾਂ ਸਟਾਫ ਨੂੰ ਛੁੱਟੀ ਭੇਜਣਾ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਇੰਤਜ਼ਾਮ ਕਰੋ ਤੇ ਕੁਝ % ਬੰਦੇ ਸਾਡੇ ਵੀ ਲੈ ਕੇ ਜਾਓ। ਉਹ ਲੈ ਗਏ। ਕੁਝ ਸਾਡੇ ਕੋਲ ਬਜ਼ੁਰਗ ਲੇਡੀ ਸੀਗੀ, ਬਜ਼ੁਰਗ ਸੀਗੇ, ਸਾਰੇ ਬੱਚੇ ਸੀਗੇ, ਉਹਨਾਂ ਨੂੰ ਲਿਆਉਣਾ ਸਾਡਾ ਫਰਜ਼ ਬਣਦਾ ਸੀ ਪਹਿਲਾਂ ਕਿ ਅਸੀਂ ਉਹਨਾਂ ਨੂੰ ਵੀ ਕੱਢੀਏ ਇੱਥੋਂ ਦੀ। ਤੀਸਰੀ ਕੈਟਾਗਰੀ ਉਹ ਸੀ ਜਿਨ੍ਹਾਂ ਕੋਲ ਕਿਸੇ ਕੋਲ 500 ਦਰਾਮ, ਕਿਸੇ ਕੋਲ 800 ਦਰਾਮ, ਕਿਸੇ ਕੋਲ 200 ਦਰਾਮ ਸੀ, ਕਿ ਜਿੰਨਾ ਕੋਲ ਉਹਨਾਂ ਨੇ ਬਚਾ ਕੇ ਰੱਖਿਆ ਸੀ, ਲੇਕਿਨ ਟਿਕਟ ਮਹਿੰਗੀ ਹੋ ਗਈ, ਟਿਕਟ 1100 1200 ਦਰਾਮ ਦੀ, ਤੇ ਉਹਨਾਂ ਕੋਲ ਪੈਸੇ ਘੱਟ ਸੀਗੇ। ਫਿਰ ਸਾਨੂੰ ਉਹਨਾਂ ਨੇ ਕੰਟੈਕਟ ਕੀਤਾ ਤੇ ਮੈਂ ਕਿਹਾ ਜਿੰਨੇ ਪੈਸੇ ਤੁਹਾਡੇ ਕੋਲ ਹੈਗੇ ਆ ਮੇਰੇ ਦਫ਼ਤਰ ਜਮ੍ਹਾਂ ਕਰਾ ਦਿਓ ਉੱਥੇ, ਬਾਕੀ ਪੈਸੇ ਸ਼ਾਰਟਫਾਲ ਅਸੀਂ ਪੂਰਾ ਕਰ ਦਿਆਂਗੇ। ਤੀਸਰੀ ਕੈਟਾਗਰੀ ਜ਼ਿਆਦਾ ਵੈਰਿਡ ਸੇਮ ਹੈ ਚੌਥੀ ਕੈਟਾਗਰੀ ਲਈ, ਕਿ ਜਿਨ੍ਹਾਂ ਕੋਲ ਨਾ ਤਾਂ ਖਾਣ ਨੂੰ ਕੁਛ ਹੈਗਾ, ਨਾ ਰਹਿਣ ਨੂੰ ਕੁਛ ਹੈ, ਨਾ ਹੀ ਟਿਕਟ ਦੇ ਪੈਸੇ ਹੈ, ਕਿਉਂਕਿ ਜੋਬ ਹੀ ਨਹੀਂ ਲੱਗੀ ਉਹਨਾਂ ਦੀ ਉੱਥੇ। ਸੋ ਉਹਨਾਂ ਨੂੰ ਲਿਆਉਣਾ ਬਹੁਤ ਜ਼ਰੂਰੀ ਸੀ। ਸੁਸਾਈਡ ਵੀ ਉਹਨਾਂ 'ਚੋਂ ਬੰਦਿਆਂ ਨੇ ਕੀਤੇ ਜਿਹਨਾਂ ਨੇ, ਤੇ ਉਹ ਫਿਰ ਅਸੀਂ ਜਿਹੜੇ ਇਸ ਤਰੀਕੇ ਨਾਲ ਸ਼ੁਰੂ ਕੀਤਾ। ਸੋ ਕਿਉਂਕਿ ਟਰਸਟ ਜਿਹੜਾ ਹੈ ਇਸ ਨੇ ਬਹੁਤ ਅਹਿਮ ਭੂਮਿਕਾ ਪੂਰੀ ਦੁਨੀਆ ਦੇ ਵਿੱਚ ਨਿਭਾਈ। ਅਲੱਗ-ਅਲੱਗ ਦੇਸ਼ਾਂ ਨੇ ਡਾਕਟਰ ਐਸ.ਪੀ. ਸਿੰਘ ਓਬਰਾਏ ਨੂੰ ਅਲੱਗ-ਅਲੱਗ ਖਿਤਾਬਾਂ ਦੇ ਨਾਲ, ਅਲੱਗ-ਅਲੱਗ ਸਨਮਾਨਾਂ ਦੇ ਨਾਲ, ਅਲੱਗ-ਅਲੱਗ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ। ਸੋ ਉਹਦੇ ਬਾਰੇ ਵੀ ਜਾਣਦੇ ਹਾਂ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਇਹਨਾਂ ਦੇ ਕੰਮ ਨੂੰ ਰਿਕੋਗਨਾਈਜ਼ ਕੀਤਾ ਗਿਆ ਔਰ ਕਿਹੜੇ-ਕਿਹੜੇ ਅਵਾਰਡ ਸਨਮਾਨ ਜਿਹੜੇ ਹੈ ਇਹਨਾਂ ਨੂੰ ਮਿਲ ਚੁੱਕੇ। ਸਰ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਦੇਖੋ, ਅਵਾਰਡ ਤਾਂ ਇੰਨੇ ਕੁ ਮਿਲ ਚੁੱਕੇ ਨੇ ਜੀ ਕਿ ਮੈਨੂੰ ਤਾਂ ਯਾਦ ਵੀ ਨਹੀਂ ਹੈ ਹੁਣ। ਜੀ, ਘਰਾਂ ਦੇ ਕਮਰੇ ਭਰੇ ਹੋਏ ਨੇ, ਆਫਿਸ ਦੇਖੋ ਭਰਿਆ ਪਿਆ, ਭਰੇ ਪਏ ਨੇ ਸਾਰੇ। 2000 ਤੋਂ ਉੱਤੇ ਜਿਹੜੇ ਅਵਾਰਡਸ ਮੈਨੂੰ ਮਿਲ ਚੁੱਕੇ ਨੇ। PhDs ਮਿਲ ਚੁੱਕੀਆਂ ਨੇ ਮੈਨੂੰ ਜੀ, ਤੇ ਡਿਪਲੋਮੇ ਕਾਫੀ ਮਿਲ ਚੁੱਕੇ ਨੇ, ਈਵਨ ਪ੍ਰੋਫੈਸਰਸ਼ਿਪ ਮਿਲੀ ਹੈ ਸਾਰੀ। ਲੇਕਿਨ ਨਾ ਤੁਸੀਂ ਆ ਦੇਖੋਗੇ ਸਾਰੇ ਉੱਪਰ ਲੱਗੇ ਹੋਏ ਨੇ, ਤੇ ਇਹ ਸਾਰੀਆਂ ਡਿਗਰੀਆਂ ਮਿਲ ਚੁੱਕੀਆਂ ਹੋਈਆਂ ਆਪਾਂ। ਜਦੋਂ ਕਿ ਮੈਂ ਪੜ੍ਹਿਆ ਲਿਖਿਆ ਹੈ ਨਹੀਂਗਾ, ਮੈਂ ਤਾਂ ਦੱਸਿਆ ਕਿ ਮੈਂ 10 ਹੀ ਪਾਸ ਹੈਗਾ। ਸੋ ਸਮਾਜ ਸੇਵਾ ਦੇ ਵਿੱਚ ਜਿਹੜਾ ਹੈ ਵਿੱਚ ਲੋਕਾਂ ਨੇ, ਬਾਹਰਲੀ ਕੰਟਰੀਜ਼ ਜਿਹੜੀ ਆ ਉਹ ਰਿਕਗਨਾਈਜ਼ ਕਰਦੀ ਹੈ ਕਿ ਕੌਣ ਬੰਦਾ ਕਿੱਥੇ ਕੀ ਕੰਮ ਕਰ ਰਿਹਾ, ਕਿਉਂਕਿ ਸੋਸ਼ਲ ਮੀਡੀਆ 'ਚ ਵੀ ਆ ਜਾਂਦਾ ਹੈ, ਵੈਸੇ ਵੀ ਅੱਜ ਕੱਲ੍ਹ ਟਵਿੱਟਰ ਹੈ ਤੇ ਇੰਸਟਾਗ੍ਰਾਮ ਸਭ 'ਤੇ ਆ ਹੀ ਜਾਂਦਾ ਕਿ ਕੌਣ ਬੰਦਾ ਕੀ ਕੰਮ ਕਰ ਰਿਹਾ। ਸਿੱਖ ਆਫ ਈਅਰ ਮੈਨੂੰ ਅਵਾਰਡ ਮਿਲਿਆ ਸੀਗਾ 2013 ਦੇ ਵਿੱਚ, ਜਿਹੜਾ ਕਿ ਹਾਊਸ ਆਫ ਲੋਰਡ ਲੰਡਨ 'ਤੇ ਮਿਲਿਆ ਸੀਗਾ। ਉਧਰੋਂ ਪੈਰਿਸ ਵਿੱਚ ਮਿਲਿਆ। ਉਹਨਾਂ ਨੇ ਮੈਨੂੰ ਪੀਸ ਜਿਹੜੀ ਕਮੇਟੀ ਹੈ ਉਹਦਾ ਲਾਈਫ ਟਾਈਮ ਮੈਂਬਰ ਵੀ ਲਿਆ ਹੋਇਆ। ਰਸ਼ੀਆ ਯੂਨੀਵਰਸਿਟੀ ਵੱਲੋਂ ਮੈਨੂੰ ਪ੍ਰੋਫੈਸਰਸ਼ਿਪ ਮਿਲੀ ਹੋਈ ਹੈ। ਤੇ ਇਸ ਤਰੀਕੇ ਨਾਲ ਸਭ ਹੀ ਹੈ। ਲੇਕਿਨ ਫਿਰ ਵੀ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਮੇਰਾ ਕੋਈ ਇੰਟਰਸਟ ਨਹੀਂ ਨਾ ਅਵਾਰਡਾਂ ਦੇ ਵਿੱਚ। ਮੇਰੇ ਤਾਂ ਇਹ ਹੈ ਕਿ ਉਹ ਕੰਮ ਕਰੋ ਜਿਸ ਕੰਮ ਨੂੰ ਕਰਕੇ ਨਾ ਜੀ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ, ਉਸ ਤੋਂ ਵੱਡਾ ਕੋਈ ਅਵਾਰਡ ਨਹੀਂ ਹੈ। ਜਿਸ ਤਰ੍ਹਾਂ ਕਿ ਬੱਚਿਆਂ ਨੂੰ ਫਾਂਸੀਆਂ ਹੋ ਗਈਆਂ, ਪਿੱਛੇ ਉਹਨਾਂ ਦੇ ਬੱਚੇ ਹੈਗੇ ਨੇ, ਕਿਸੇ ਦੀ ਮਾਂ ਹੈ, ਕਿਸੇ ਦੀ ਦਾਦੀ ਹੈ, ਕਿਸੇ ਦੀ ਨਾਨੀ ਹੈ, ਕਿਸੇ ਦੀ ਵਾਈਫ ਬੈਠੀ ਹੈ। ਸੋ ਉਹਨਾਂ ਬੱਚਿਆਂ ਦੀਆਂ ਫਾਂਸੀਆਂ ਮਾਫ ਕਰਵਾ ਕੇ ਉਹਨਾਂ ਦੀ ਝੋਲੀ ਪਾਉਣਾ, ਇਸ ਤੋਂ ਵੱਡਾ ਫਿਰ ਜੋ ਸ਼ਾਂਤੀ ਮਿਲਦੀ ਹੈ ਉਸ ਤੋਂ ਵੱਡਾ ਅਵਾਰਡ ਕੋਈ ਨਹੀਂ ਮਿਲੇਗਾ। ਜਾਂ ਫਿਰ ਹੁਣ ਜਿਹੜੀ ਗੱਲ ਹੋਈ ਹੈ ਨਵੀਂ, ਉਸ ਤੋਂ ਬਾਅਦ ਸ਼ੁਰੂ ਕੀਤੀ ਹੈ ਫਾਂਸੀਆਂ ਤੋਂ ਬਾਅਦ ਡੈੱਡ ਬੋਡੀਜ਼, ਕਿ ਜਦੋਂ ਕਿਸੇ ਦੀ ਡੈੱਡ ਬੋਡੀ ਲਿਆ ਕੇ ਅਸੀਂ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਦੇ ਹਾਂ, ਫਿਰ ਉਹ ਆਪਣੇ ਰਸਮ ਪੂਰੇ ਕਰਕੇ ਤੇ ਉਹਦਾ ਸੰਸਕਾਰ ਆਪਣੀ ਹੱਥੀਂ ਕਰਦੇ ਆ ਨਾ ਜੀ, ਉਦੋਂ ਬੜੇ ਮਨ ਨੂੰ ਸ਼ਾਂਤੀ ਮਿਲਦੀ ਹੈ। ਸੋ ਮੈਂ ਇਹੋ ਜਿਹੇ ਅਵਾਰਡਾਂ ਦੇ ਵਿੱਚ ਮੈਂ ਯਕੀਨ ਰੱਖਦਾ ਕਿ ਕਿਸੇ ਦੇ ਬੱਚੇ ਨੂੰ ਉਹਦੀ ਮਾਂ ਨਾਲ ਮਿਲਾ ਦਿਓ, ਪੇਰੈਂਟਸ ਨਾਲ ਮਿਲਾ ਦਿਓ, ਜਾਂ ਜਿਹੜੀ ਡੈੱਡ ਬੋਡੀਜ਼ ਹੈਗੀਆਂ, ਨਹੀਂ ਤਾਂ ਫੈਮਿਲੀ ਸਾਰਾ ਮਤਲਬ ਸਾਰੀ ਲਾਈਫ ਸੋਚਦੀ ਰਹੇਗੀ ਯਾਰ ਸ਼ਾਇਦ ਸਾਡਾ ਬੱਚਾ ਜਿੰਦਾ ਹੀ ਹੋਵੇ, ਕਿਉਂਕਿ ਉਹਨਾਂ ਨੇ ਮਰੇ ਹੋਏ ਦਾ ਮੂੰਹ ਨਹੀਂ ਦੇਖਿਆ। ਤੇ ਇਹ ਮੇਰੀ ਕੋਸ਼ਿਸ਼ ਹੁੰਦੀ ਕਿ ਅਸੀਂ ਡੈੱਡ ਬੋਡੀ ਜਿਹੜੀਆਂ ਲਿਆ ਕੇ ਤੇ ਅਸੀਂ ਡੈੱਡ ਬੋਡੀਆਂ ਉਹਦੇ ਘਰ ਪਹੁੰਚਾ ਕੇ ਉਹਦੇ ਹੱਥੀਂ ਸੰਸਕਾਰ ਕਰਾਈਏ। ਸੋ ਮੈਂ ਤਾਂ ਇਹੀ ਸਮਝਦਾ ਕਿ ਇਦੋਂ ਵੱਡਾ ਅਵਾਰਡ। ਸਰ ਤੁਹਾਡੇ ਕੰਮ ਬਹੁਤ ਜ਼ਿਆਦਾ ਹੈ ਔਰ ਬਹੁਤ ਜ਼ਿਆਦਾ ਅਸੀਂ ਇਹਦੇ ਉੱਤੇ ਹੋਰ ਚਰਚਾ ਕਰ ਸਕਦੇ ਹਾਂ। ਸਾਡੇ ਦਰਸ਼ਕਾਂ ਨੂੰ ਕੀ ਮੈਸੇਜ, ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਉਹ ਵੀ ਤੁਹਾਡੇ ਵਾਂਗਰ ਆਪਣੇ ਜੀਵਨ ਦੇ ਵਿੱਚ ਲੋਕਾਂ ਦੀ ਸੇਵਾ ਵਿੱਚ ਆਪਣੇ ਜੁੜ ਸਕਣ? ਦੇਖੋ, ਅੱਜ ਇੱਕੋ ਹੀ ਮੈਸੇਜ ਮੈਂ ਦੇ ਸਕਦਾ ਜੀ ਕਿ ਅੱਜ ਲੋੜ ਹੈ ਸਾਨੂੰ ਇੱਕ ਦੂਜੇ ਦੀ ਹੈਲਪ ਕਰਨ ਦੀ। ਜੀ, ਕਿਉਂਕਿ ਕਰੋਨਾ ਵਾਇਰਸ ਕਰਕੇ ਬਹੁਤ ਲੋਕ ਬੇਰੁਜ਼ਗਾਰ ਹੋ ਗਏ ਨੇ, ਰੋਟੀਆਂ ਮੁਹਤਾਜ ਹੋ ਗਏ, ਦਵਾਈਆਂ ਨਹੀਂ ਲੈ ਸਕਦੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਹਰ ਸਿੱਖ ਨੂੰ ਕਿਹਾ ਸੀ ਕਿ ਦਸਵੰਧ ਕੱਢੋ। ਉਹ ਦਸਵੰਧ ਕੱਢਣ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਤੁਸੀਂ ਆਪਣੀ ਕਮਾਈ ਵਿੱਚੋਂ 10% ਕੱਢੋਗੇ ਨਾ, ਉਹ ਕਿਸੇ ਗਰੀਬ ਦੇ ਮੂੰਹ 'ਚ ਪਵੇ। ਅੱਜ ਇਹ ਟਾਈਮ ਆ ਗਿਆ, ਮੈਂ ਇੱਕੋ ਰਿਕੁਐਸਟ ਕਰਨੀ ਚਾਹਾਂਗਾ ਕਿ ਜਿਹੜੀ ਸਾਡੀ ਇਨਕਮ ਹੈ, ਅਸੀਂ ਜੋ ਕਮਾ ਰਹੇ ਹਾਂ ਉਹ 'ਚ ਆਪਾਂ ਆਪਣਾ 10ਵਾਂ ਹਿੱਸਾ ਕੱਢ ਕੇ ਲੋੜਵੰਦ ਨੂੰ ਦਈਏ। ਕਿਸੇ ਨੂੰ ਰਾਸ਼ਨ ਨਹੀਂ ਹੈ ਤਾਂ ਰਾਸ਼ਨ ਪਹੁੰਚਾ ਦਈਏ, ਕਿਸੇ ਨੂੰ ਦਵਾਈ ਦੀ ਲੋੜ ਹੈ ਦਵਾਈ ਪਹੁੰਚਾ ਦਈਏ। ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੈ। ਦੇਖੋ, ਇਹ ਵਾਹਿਗੁਰੂ ਨੇ ਅੱਜ ਜੋ ਕਰੋਨਾ ਵਾਇਰਸ ਚੱਲਿਆ ਨਾ ਜੀ, ਹਰ ਇਨਸਾਨ ਨੂੰ ਮੌਕਾ ਦਿੱਤਾ ਇੱਕ ਵੀ ਭਾਈ ਆਹ ਹੁਣ ਟਾਈਮ ਹੈਗਾ, ਹੁਣ ਤੇਰੇ ਚਾਂਸ ਦਿੱਤਾ ਗਿਆ ਕਿ ਹੁਣ ਤੂੰ ਸੇਵਾ ਕਰ ਸਕਦਾ ਹੈ।
ਹੁਣ ਤੂੰ ਜੇ ਆਪਣੀ ਕਮਾਈ ਸਫਲ ਕਰਨੀ ਆ ਨਾ ਜੀ ਤੇ ਤੂੰ ਆਪਣੀ ਕਮਾਈ ਦਾ ਕੁਝ ਹਿੱਸਾ ਪਾ ਕੇ ਜਿਹੜਾ ਤੇ ਇਹ ਜਿਹੜੀਆਂ ਲੋੜਵੰਦ ਬੰਦੇ ਜਿਹੜੇ ਨੇ ਇਹਨਾਂ ਨੂੰ ਦਿਓ। ਸੋ ਇਸ ਪੋਜ਼ਿਟਿਵ ਨੋਟ ਦੇ ਉੱਤੇ ਕਿ ਹਰ ਇਨਸਾਨ ਜਿਹੜਾ ਹੈ ਉਸ ਨੂੰ ਦੁਨੀਆ ਦੇ ਵਿੱਚ ਦੂਸਰਿਆਂ ਦਾ ਦੁੱਖ ਦਰਦ ਜਿਹੜਾ ਹੈ ਉਸ ਨੂੰ ਸਮਝਣਾ ਚਾਹੀਦਾ, ਉਸ ਦੀ ਹੈਲਪ ਕਰਨੀ ਚਾਹੀਦੀ। ਸੋ ਡਾਕਟਰ SP ਸਿੰਘ ਉਬਰਾਏ ਇੱਕ ਐਸੀ ਸ਼ਖਸੀਅਤ ਨੇ ਜਿਹੜੇ ਦੂਸਰਿਆਂ ਲਈ ਇੰਸਪੀਰੇਸ਼ਨ ਨੇ। ਸੋ ਇਹਨਾਂ ਦੇ ਕੰਮਾਂ ਦੇ ਉੱਤੇ ਹੋਰ ਵੀ ਜ਼ਿਆਦਾ ਚਰਚਾ ਹੋ ਸਕਦੀ। ਅਸੀਂ ਕਿਸੇ ਹੋਰ ਮੌਕੇ ਦੇ ਉੱਤੇ ਇਹਨਾਂ ਨਾਲ ਫਿਰ ਮੁਲਾਕਾਤ ਕਰਾਂਗੇ। ਆਸ ਕਰਦੇ ਹਾਂ ਕਿ ਦਰਸ਼ਕ ਇਹਨਾਂ ਦੇ ਸਮਾਜ ਸੇਵਾ ਦੇ ਕੰਮਾਂ ਤੋਂ ਪ੍ਰਭਾਵਿਤ ਹੋਣਗੇ ਔਰ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਹੋਏ ਆਪਣੇ ਆਪ ਨੂੰ ਵੀ ਡੈਡੀਕੇਟ ਕਰਨਗੇ ਸਮਾਜ ਦੇ ਵਿੱਚ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ।